ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਅਰਦਾਸ ਦੀ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ, ਜਿਨ੍ਹਾਂ ਨੇ ਆਪ ਜੀ ਨੂੰ ਸਾਕਾ ਨਨਕਾਣਾ ਦੀ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ। ਕੋਟਾ ਧੰਨਵਾਦ ਹੈ ਭਾਈ ਸਾਹਿਬ ਜੀ ਆਪ ਜੀ ਦਾ। ਧੰਨਵਾਦ ਹੈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਪਿਛਲੇ ਹਫ਼ਤੇ ਸਾਕਾ ਨਕੋਦਰ ਦਾ ਇਸ ਹਫ਼ਤੇ ਸਾਕਾ ਨਨਕਾਣਾ ਸਾਹਿਬ ਜੀ ਦੇ ਉੱਤੇ ਪ੍ਰੋਗਰਾਮ ਰੱਖਿਆ ਹੈ, ਤਾਂ ਕਿ ਸਾਨੂੰ ਇਸ ਬਾਰੇ, ਇਸ ਇਤਿਹਾਸ ਬਾਰੇ ਪਤਾ ਲੱਗੇ। ਸੋ ਇੰਨੀਆਂ ਹੀ ਬੇਨਤੀਆਂ ਕਰਦੇ ਆਪ ਜੀ ਨਾਲ ਇੱਕ ਵਾਰ ਫਿਰ ਤੋਂ ਫਤਿਹ ਦੀ ਸਾਂਝ ਪਾਉਂਦੇ ਔਰ ਭਾਈ ਸਾਹਿਬ ਜੀ ਨੂੰ ਸਟੇਜ ਦਿੰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਕਮੇਟੀ ਗੁਰਦੁਆਰਾ ਸਾਹਿਬ ਚੈਨਲ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਕਿ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ। ਮੈਂ ਬੜੇ ਖੁਸ਼ੀ ਦੇ ਨਾਲ ਬਾਬਾ ਜੀ ਪ੍ਰੋਗਰਾਮ ਜਿਹੜੇ ਮੇਰੇ ਤੋਂ ਪਹਿਲਾਂ ਕਥਾ ਕਰ ਰਹੇ ਸੀ, ਉਹਨਾਂ ਨੇ ਕਾਫੀ ਵਿਸਥਾਰ ਸਹਿਤ ਜਿਹੜਾ ਸਾਕਾ ਨਨਕਾਣਾ ਹੈ ਉਸ ਨੂੰ ਕਵਰ ਕੀਤਾ ਹੈ। ਜਿਵੇਂ ਭਾਈ ਸਾਹਿਬ ਨੇ ਇੰਟਰੋਡਕਸ਼ਨ ਦੇ ਕੇ ਰਹੇ ਹਨ, ਮੇਰਾ ਕੰਮ ਪਿਛਲੇ 12 ਸਾਲਾਂ ਤੋਂ ਪਾਕਿਸਤਾਨ 'ਚ ਚੱਲ ਰਿਹਾ ਹੈ ਕਿ ਜਿਹੜੇ ਆਪਣੇ ਪੁਰਾਤਨ ਗੁਰਦੁਆਰਾ ਸਾਹਿਬ ਉੱਥੇ ਰਹਿੰਦੇ ਨੇ ਉਹਨਾਂ ਦੀ ਰਿਸਰਚ ਕਰਕੇ, ਖੋਜ ਕਰਕੇ, ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਹਿਸਟੋਰੀਅਨ ਨੇ ਜਾਂ ਪਾਕਿਸਤਾਨ 'ਚ ਰਹਿਣ ਵਾਲੇ ਬੱਚੇ ਨੇ, ਉਹਨਾਂ ਨੂੰ ਉਹਨਾਂ ਦੀ ਮਹੱਤਤਾ ਦੱਸੀ ਜਾਵੇ, ਤਾਂ ਕਿ ਉਹ ਇਹ ਜਿਹੜੀਆਂ ਬਿਲਡਿੰਗ ਪਾਕਿਸਤਾਨ 'ਚ ਰਹਿ ਗਈਆਂ ਨੇ ਇਹਨਾਂ ਨੂੰ ਗੈਰ ਮਜ਼ਹਬੀ ਮਤਲਬ ਗੈਰ ਮੁਸਲਮਾਨ ਸਮਝ ਕੇ ਇਗਨੋਰ ਨਾ ਕਰੀ ਜਾਣ। ਉਹ ਇਹਨਾਂ ਨੂੰ ਆਪਣੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਕੂਰੀਕੁਲਮ ਵਿੱਚ ਇਨਕਲੂਡ ਕਰਨ। ਇਹ ਮੇਰਾ ਸ਼ੌਂਕ ਹੈ, ਇਹ ਮੇਰਾ ਪੈਸ਼ਨ ਹੈ। ਅਤੇ ਆਫਕੋਰਸ ਜਦੋਂ ਅਸੀਂ ਪਾਕਿਸਤਾਨ 'ਚ ਕੰਮ ਕਰਦੇ ਹਾਂ ਤਾਂ ਸਭ ਤੋਂ ਵੱਡਾ ਜਿਹੜਾ ਇੱਕ ਈਵੈਂਟ ਆਉਂਦਾ ਹੈ ਜਿਹੜਾ ਮਾਡਰਨ ਸਿੱਖ ਹਿਸਟਰੀ 'ਚ ਆਉਂਦਾ ਹੈ, ਉਹ ਹੈਗਾ ਸਾਕਾ ਨਨਕਾਣਾ। ਸੋ ਅੱਜ ਮੈਂ ਤੁਹਾਡੇ ਨਾਲ ਕੁਝ ਉਹ ਗੱਲਾਂ ਸਾਂਝੀਆਂ ਕਰਾਂਗਾ ਜਿਹੜੀ ਮੈਂ ਆਪਣੀ ਖੋਜ ਦੇ ਮੁਤਾਬਕ ਉਸ ਦੇ ਬਾਰੇ ਜਾਣਕਾਰੀ ਦਿੱਤੀਆਂ ਨੇ, ਲੱਭੀਆਂ ਨੇ। ਬਹੁਤ ਸਾਰੀ ਚੀਜ਼ਾਂ ਬਾਬਾ ਜੀ ਨੇ ਪਹਿਲਾਂ ਕਵਰ ਕੀਤੀਆਂ ਨੇ। ਮੈਂ ਕੋਸ਼ਿਸ਼ ਕਰਾਂਗੀ ਉਹ ਚੀਜ਼ਾਂ ਮੈਂ ਅਵੋਇਡ ਕਰੀ ਜਾਵਾਂ ਅਤੇ ਮੈਂ ਅੱਗੇ ਦੀ ਅੱਗੇ ਉਹ ਗੱਲਾਂ ਦੱਸਣਾ ਚਾਹੂੰਗਾ ਜਿਹੜੀਆਂ ਸ਼ਾਇਦ ਤੁਹਾਨੂੰ ਕੁਛ ਉਹਨਾਂ 'ਚ ਜਿਹੜੀਆਂ ਨਵੀਆਂ ਚੀਜ਼ਾਂ ਲੱਗਣ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ, ਜਿਹੜੀ ਸਭ ਤੋਂ ਪਹਿਲੀ ਜਿਹੜੀ ਕੋਈ ਵੀ ਸ਼ਰਾਈਨ ਬਣਦਾ ਉਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਪਹਿਲੇ ਪਾਤਸ਼ਾਹ ਦਾ ਜਨਮ ਉੱਥੇ ਹੋਇਆ, ਆਪਾਂ ਨੂੰ ਸਭ ਨੂੰ ਪਤਾ ਹੈ। ਰਾਏਪੁਰ ਤਲਵੰਡੀ ਉਸ ਵੇਲੇ ਨਾਮ ਸੀ, ਪਰ ਗੁਰੂ ਸਾਹਿਬ ਨੇ ਆਪਣੀ ਜ਼ਿਆਦਾ ਜ਼ਿੰਦਗੀ ਜਿਹੜੀ ਸੀ ਬਾਹਰ ਉਦੋਂ ਸਿੰਘ ਬਤੀਤ ਕੀਤੀ, ਜਾਂ ਮੁੜ ਕੇ ਜਿਹੜੇ ਆਪਣੇ ਆਖਰੀ ਸਾਲ ਸੀਗੇ ਉਹ ਕਰਤਾਰਪੁਰ ਸਾਹਿਬ ਜਾ ਕੇ ਉਹ ਸੈਟਲ ਹੋ ਗਿਆ ਸੀ। ਉਸ ਵੇਲੇ ਜਿਹੜਾ ਇਹ ਪਿੰਡ ਰਾਏਪੁਰ ਤਲਵੰਡੀ ਹੈ, ਇੱਥੇ ਕੋਈ ਇਹੋ ਜਿਹਾ ਸ਼ਰਾਈਨ ਜਾਂ ਗੁਰਦੁਆਰਾ ਸਾਹਿਬ ਇਮੀਡੀਏਟਲੀ ਨਹੀਂ ਬਣਦਾ। ਆਪਾਂ ਨੂੰ ਇਤਿਹਾਸ ਨਜ਼ਰ ਆਉਂਦਾ, ਜਿਹੜੀ ਸਭ ਤੋਂ ਪਹਿਲੀ ਆਪਾਂ ਨੂੰ ਐਂਟਰੀ ਨਜ਼ਰ ਆਉਂਦੀ ਹੈ ਇਤਿਹਾਸ ਦੀਆਂ ਕਿਤਾਬਾਂ ਜਦੋਂ ਆਪਾਂ ਖੋਲ੍ਹਦੇ ਹਾਂ। ਜਦੋਂ ਆਪਾਂ ਇੰਟਰਨੈਸ਼ਨਲ ਲੋਕਾਂ ਦੇ ਲਈ ਕੋਈ ਵੀ ਚੀਜ਼ ਲਿਖਦੇ ਹਾਂ, ਆਪਣੇ ਲਈ ਜ਼ਰੂਰੀ ਹੁੰਦਾ ਕਿ ਆਪਾਂ ਸਿਰਫ ਆਪਣੇ ਸੋਰਸਿਸ ਤੋਂ ਨਹੀਂ, ਆਪਾਂ ਹੋਰ ਚੀਜ਼ਾਂ ਤੋਂ ਵੀ ਦੇਖੀਏ ਕਿ ਬਾਕੀ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਹੈ, ਕਿਵੇਂ ਆਪਾਂ ਕੰਪੇਅਰ ਕਰਕੇ ਸਿੱਖ ਹਿਸਟਰੀ ਲਿਖਦੇ ਹਾਂ ਵੀ ਕਿੱਥੇ ਕਦੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਹੋਈ। ਜਿਹੜੀ ਸਭ ਤੋਂ ਪਹਿਲੀ ਐਂਟਰੀ ਮਿਲਦੀ ਹੈ ਉਹ 5ਵੇਂ ਪਾਤਸ਼ਾਹੀ ਦੀ ਹੈਗੀ ਹੈ। ਪਹਿਲੇ ਪਾਤਸ਼ਾਹੀ ਤੋਂ ਬਾਅਦ ਜੇ ਕੋਈ ਸਿੱਖ ਗੁਰੂ ਸਾਹਿਬ ਪਿੰਡ ਰਾਏਪੁਰ ਤਲਵੰਡੀ ਜਾਂਦੇ ਨੇ ਤਾਂ 5ਵੇਂ ਪਾਤਸ਼ਾਹੀ ਦਾ ਜ਼ਿਕਰ ਆਉਂਦਾ ਹੈ। 5ਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇੜੇ ਪਿੰਡ ਹੈਗਾ ਸੀ ਇੱਕ ਜੰਬਰ, ਉੱਥੇ ਆਪਣੇ ਗੁਰਸਿੱਖਾਂ ਦਾ ਕੁਛ ਝਗੜਾ ਨਿਬੇੜਨ ਦੇ ਲਈ ਆਏ। ਉਸ ਤੋਂ ਪਿੰਡ ਨੇੜੇ ਜਾਤਰੀ ਹੈ। ਇਹ ਦੋਨੋਂ ਪਿੰਡ ਮੈਂ ਆਪਣੀ ਕਿਤਾਬ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਕਵਰ ਕੀਤੇ ਹੋਏ ਨੇ। ਜਾਤਰੀ ਪਿੰਡ ਤੋਂ ਬਹੁਤ 20 ਕੋਹ ਦੀ ਦੂਰੀ 'ਤੇ ਪਿੰਡ ਰਾਏਪੁਰ ਦੀ ਤਲਵੰਡੀ ਸੀ, ਜਿੱਥੇ ਗੁਰੂ ਸਾਹਿਬ ਗਏ ਨੇ। ਅਤੇ ਉੱਥੇ ਉਹਨਾਂ ਨੇ ਰਾਏ ਬੁਲਾਰ ਦੇ ਅੱਗੇ ਜਿਹੜੇ ਵੰਸ਼ਜ ਨੇ ਜਾਂ ਗੁਰੂ ਸਾਹਿਬ ਦੇ ਜਿਹੜੇ ਚਾਚਾ ਜੀ ਸੀਗੇ ਭਾਈ ਲਾਲੂ ਜੀ ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਜਿਹੜੇ ਅੱਗੇ ਵੰਸ਼ਜ ਸੀਗੇ, ਉਹਨਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਜਿਹੜਾ ਘਰ ਸੀ ਉਹਦੀ ਨਿਸ਼ਾਨਦੇਹੀ ਕੀਤੀ, ਜਿਹਨੂੰ ਕਿ ਮਹਿਤੇ ਦਾ ਕੋਠਾ ਉਸ ਵੇਲੇ ਕਿਹਾ ਜਾਂਦਾ ਸੀ। ਉਸ ਵੇਲੇ ਉਹਨਾਂ ਨੇ ਪਿੰਡ ਵਾਲਿਆਂ ਦੇ ਨਾਲ ਜਗ੍ਹਾ ਜਗ੍ਹਾ ਪਿੰਡ ਦੇ ਵਿੱਚ ਘੁੰਮ ਫਿਰ ਕੇ ਹੋਰ ਵੀ ਜਿਹੜੇ ਗੁਰਦੁਆਰੇ ਸੀ, ਜਿਵੇਂ ਗੁਰਦੁਆਰਾ ਬਾਲ ਲੀਲਾ ਸਾਹਿਬ ਹੋਇਆ, ਗੁਰਦੁਆਰਾ ਕਿਆਰਾ ਸਾਹਿਬ ਹੋਇਆ, ਉਹਨਾਂ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਕਹਿ ਲਓ ਵੀ ਉਹ ਕੁਛ ਉੱਥੇ ਛੋਟੀ ਯਾਦਗਾਰ ਵਾਂਗੂ ਕੋਈ ਚੀਜ਼ ਬਣਾਈ ਕਿ ਇਹ ਗੁਰੂ ਮਹਾਰਾਜ ਨਾਲ ਬਚਪਨ ਦੇ ਨਾਲ ਜੁੜਦੀਆਂ ਯਾਦਾਂ ਹੈ। ਉਸ ਤੋਂ ਬਾਅਦ ਇਹ ਹੁਣ ਗੱਲ ਹੈਗੀ ਹੈ ਆਪਣੀ 1595 ਦੇ ਕਰੀਬ ਦੀ, ਮਤਲਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ 150 ਸਾਲ ਬਾਅਦ ਦੀ ਅਪਰੋਕਸੀਮੇਟਲੀ। ਉਸ ਤੋਂ ਬਾਅਦ ਉਹਨਾਂ ਦੇ ਜਨਮ ਤੋਂ ਉਸ ਤੋਂ ਬਾਅਦ ਆਉਂਦਾ ਹੈ 6ਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ, ਜਦੋਂ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਏ ਨੇ 1620 ਤੋਂ 25 ਦੇ ਵਿੱਚ ਦੇ ਕਰੀਬ, ਉਹ ਹਾਫਿਜ਼ਾਬਾਦ ਆ ਕੇ ਰੁਕੇ ਨੇ, ਜਿੱਥੇ ਉਹਨਾਂ ਨੇ ਜਪਜੀ ਸਾਹਿਬ ਦੀ ਡੈਫੀਨੇਸ਼ਨ ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਰੱਖੀ ਆਪਣੀ ਸੰਗਤਾਂ ਨੂੰ ਦੱਸੀ ਹੈ। ਉੱਥੋਂ ਸੰਗਤਾਂ ਦੇ ਕਹਿਣ 'ਤੇ ਇੱਕ ਵਾਰੀ ਫੇਰ ਉਹ ਪਿੰਡ ਰਾਏਪੁਰ ਤਲਵੰਡੀ ਜਿਹੜਾ ਹੈਗਾ ਜਾਂਦੇ ਨੇ, ਜਿੱਥੇ ਜਾ ਕੇ ਉਹ ਪਹਿਲਾਂ ਬਾਹਰ ਜਿਹੜਾ ਪਿੰਡ ਦੇ ਬਾਹਰ ਤਲਾਬ ਸੀ, ਜਿਹੜਾ ਕਿ ਹੁਣ ਸਰੋਵਰ ਬਣਿਆ ਹੋਇਆ ਗੁਰਦੁਆਰਾ ਬਾਲ ਲੀਲਾ ਸਾਹਿਬ ਦਾ, ਉੱਥੇ ਜਾ ਕੇ ਉਹਨਾਂ ਦਾ ਪਹਿਲਾ ਸਟਾਪ ਹੈਗਾ। ਸੋ ਸਿੱਖ ਇਤਿਹਾਸ ਦੇ ਵਿੱਚ ਇਹ ਦੋ ਗੁਰੂ ਸਾਹਿਬ ਨੇ, 5ਵੇਂ ਪਾਤਸ਼ਾਹੀ ਔਰ 6ਵੇਂ ਪਾਤਸ਼ਾਹੀ, ਜਿਹੜੇ ਕਿ ਨਨਕਾਣਾ ਸਾਹਿਬ ਪਹੁੰਚਦੇ ਨੇ। ਉਸ ਤੋਂ ਬਿਨਾਂ ਕੋਈ ਹੋਰ ਜਿਹੜੇ ਸਿੱਖ ਗੁਰੂ ਨੇ ਉਹ ਜਿਹੜੇ ਸੀ ਨਨਕਾਣਾ ਸਾਹਿਬ ਨਹੀਂ ਗਏ। 6ਵੇਂ ਪਾਤਸ਼ਾਹੀ ਦੀ ਵਿਜ਼ਿਟ ਤੋਂ ਬਾਅਦ ਅਬਾਊਟ 150-200 ਸਾਲ ਤੱਕ ਆਪਾਂ ਨੂੰ ਪਿੰਡ ਤਲਵੰਡੀ ਦੀ ਕੋਈ ਹਿਸਟਰੀ ਦਾ ਪਤਾ ਨਹੀਂ ਲੱਗਦਾ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਸੀ ਜਾਂ ਕੋਈ ਸਿੱਖ ਸੰਗਤ ਸੀ ਜਾਂ ਕੋਈ ਮੰਤ ਸੀ
ਬਿਲਕੁਲ ਜਿਹੜੀ ਹਿਸਟਰੀ ਹੈਗੀ ਆ ਬਲੈਂਕ ਹੈਗੀ ਆ। ਸਭ ਤੋਂ ਪਹਿਲਾਂ ਜਿਹੜੀ ਐਂਟਰੀ ਆਉਂਦੀ ਭਾਈ ਕਰਮ ਸਿੰਘ ਚੀਮਾ ਦੇ ਸਮੇਂ ਤੇ ਆਉਂਦੀ ਹੈ, ਜਿਹੜੇ ਕਿ ਸਿੱਖ ਮਿਸਲਾਂ ਦੇ ਸਮੇਂ ਤੇ ਹੋਏ ਨੇ। ਉਸ ਵੇਲੇ 5 ਸਿੰਘ ਜਿਹੜੇ ਸੀ ਉੱਥੇ ਪਿੰਡ ਦੇ ਵਿੱਚ ਭੇਜੇ ਗਏ, ਜਿਨ੍ਹਾਂ ਨੇ ਕੁਝ ਉਹ ਜਿਹੜੀਆਂ ਜਗ੍ਹਾ ਗੁਰੂ ਮਹਾਰਾਜ ਵੱਲੋਂ ਡੈਜ਼ਿਗਨੇਟ ਕੀਤੀਆਂ ਗਈਆਂ ਸੀਗੀਆਂ, ਉੱਥੇ ਕੋਈ ਸਿੱਖ ਸੰਗਤ ਜਿਹੜੀ ਸਾਥੀ ਬੈਠਣੀ ਸ਼ੁਰੂ ਹੋਈ। ਜਿਹੜੀ ਆਪਾਂ ਨੂੰ ਸਿੱਖ ਰਾਜ ਦੇ ਦੌਰਾਨ ਪਹਿਲੀ ਐਂਟਰੀ ਆਉਂਦੀ ਹੈ, ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਮਹਾਰਾਜ ਰਣਜੀਤ ਸਿੰਘ ਨੇ ਬਹੁਤ ਸੇਵਾ ਕੀਤੀ। ਉਹਦੀ ਸਭ ਤੋਂ ਪਹਿਲੀ ਹੈਗੀ ਹੈ ਐਜ਼ ਏ ਯੰਗ, ਜੋ ਮਹਾਰਾਜ ਰਣਜੀਤ ਸਿੰਘ ਜਵਾਨ ਸੀਗੇ, ਨੌਜਵਾਨ ਸੀਗੇ, 12 ਸਾਲ ਦੀ ਉਹਨਾਂ ਦੀ ਉਮਰ ਸੀ। ਉਹਨਾਂ ਦੇ ਫਾਦਰ ਦੀ ਜਦੋਂ ਡੈਥ ਹੋ ਗਈ, ਉਦੋਂ ਸ਼ੁਕਰ ਚੱਕੀਆ ਮਿਸਲ ਦੇ ਇਹਨਾਂ ਨੂੰ ਹੈੱਡ ਬਣਾਇਆ ਗਿਆ ਸੀ। ਤੇ ਇਹਨਾਂ ਦੇ ਫੈਮਿਲੀ ਪ੍ਰੀਸਟ ਸੀਗੇ ਭਾਈ ਸਾਹਿਬ ਸਿੰਘ ਬੇਦੀ, ਉਹਨਾਂ ਦਾ ਬਹੁਤ ਵੱਡਾ ਰੋਲ ਹੈ ਭਾਈ ਸਾਹਿਬ ਸਿੰਘ ਬੇਦੀ ਜੀ ਦਾ। ਉਹ ਇਹਨਾਂ ਨੂੰ ਜਾ ਕੇ ਸਿੱਧਾ ਜਦੋਂ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ, ਮਹਾਰਾਜ ਰਣਜੀਤ ਸਿੰਘ ਜੀ ਐਜ਼ ਏ ਹਾਲੇ ਮਹਾਰਾਜਾ ਨਹੀਂ ਸੀ ਬਣੇ, ਸ਼ੁਕਰ ਚੱਕੀਆ ਮਿਸਲ ਦੇ ਜਦੋਂ ਇਹ ਮਿਸਲਦਾਰ ਬਣੇ ਗਏ ਸੀਗੇ 12 ਸਾਲ ਦੀ ਉਮਰ ਵਿੱਚ 1792 ਦੇ ਵਿੱਚ, ਉਦੋਂ ਇਹਨਾਂ ਨੂੰ ਲੈ ਕੇ ਇਹ ਨਨਕਾਣਾ ਸਾਹਿਬ ਗਏ। ਤੇ ਉੱਥੇ ਉਹਨਾਂ ਨੇ ਦੱਸਿਆ ਵੀ ਆਹ ਦੇਖੋ ਆਹ ਹਾਲਤ ਹੈ, ਕੋਈ ਇੱਥੇ ਲੰਗਰ ਦਾ ਪ੍ਰਬੰਧ ਨਹੀਂ ਹੈ। ਉਸ ਵੇਲੇ ਇਹ ਜਿਹੜੀ ਸਾਰੀ ਐਸਟੇਟ ਸੀਗੀ, ਸ਼ੁਕਰ ਚੱਕੀਆ ਐਸਟੇਟ ਸੀ, ਇਹ ਮਹਾਰਾਜਾ ਰਣਜੀਤ ਸਿੰਘ ਦੀ ਫੈਮਿਲੀ ਦੇ ਕੋਲ ਇਹਦਾ ਸਾਰਾ ਕੰਟਰੋਲ ਸੀਗਾ। ਮਹਾਰਾਜਾ ਬਣਨ ਤੋਂ ਪਹਿਲਾਂ ਦੀ ਗੱਲ ਹੈ, ਬਚਪਨ ਦੀ ਗੱਲ ਹੈ। ਤੇ ਇਹਨਾਂ ਦੀ ਮਦਰ ਵੀ ਨਾਲ ਸੀਗੇ। ਤੇ ਉਸ ਵੇਲੇ ਜਿਹੜਾ ਸੀ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਜਿਹੜੀ ਸੀਗੀ ਗੁਰਦੁਆਰਾ ਸਾਹਿਬ ਨੂੰ ਅਲਾਟ ਕੀਤੀ ਗਈ, ਜਿੱਥੋਂ ਕਿ ਪਹਿਲਾ ਜਿਹੜਾ ਆਪਾਂ ਨੂੰ ਕਹਿ ਲਓ ਕਿ ਗੁਰਦੁਆਰਾ ਸਾਹਿਬ ਦਾ ਸਟਰਕਚਰ ਜਿਹੜਾ ਹੈ ਬਣਨਾ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਜਦੋਂ 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੀ ਮਹਾਰਾਜਾ ਬਣ ਗਏ ਪੰਜਾਬ ਦੇ, ਉਹਨਾਂ ਨੇ ਮੁਲਤਾਨ ਨੂੰ ਫਤਿਹ ਕੀਤਾ। ਮੁਲਤਾਨ ਦੀ ਜਿਹੜੀ ਲੜਾਈ ਸੀ ਬਹੁਤ ਵੱਡੀ, ਹਿਸਟਰੀ ਦੇ ਵਿੱਚ ਇਹਦਾ ਕਾਫੀ ਜ਼ਿਕਰ ਆਉਂਦਾ ਹੈ, ਬਹੁਤ ਵੱਡੀ ਇੱਕ ਖੁਸ਼ੀ ਦੀ ਖਬਰ ਸੀ ਸਮੂਹ ਸਿੱਖ ਜਗਤ ਦੇ ਲਈ। ਤੇ ਵਾਪਸ ਆਉਂਦਿਆਂ ਹੋਇਆਂ ਮੁਗਲ ਪੈਟਰਨਸ ਤੇ ਵੀ ਮੁਗਲਸ ਵੀ ਜਦੋਂ ਆਪਣੀ ਕੋਈ ਜੰਗ ਜਿੱਤਦੇ ਸੀ, ਮੁੜ ਕੇ ਆ ਕੇ ਆਪਣੀ ਜਿਹੜੀਆਂ ਧਾਰਮਿਕ ਜਗ੍ਹਾ ਹੁੰਦੀਆਂ ਸੀ ਉਹਨਾਂ ਨੂੰ ਬਹੁਤ ਵੱਡੀਆਂ ਗ੍ਰਾਂਟਸ ਵਗੈਰਾ ਦਿੰਦੇ ਸੀ। ਇਸੇ ਪੈਟਰਨ ਤੇ ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਮੁਲਤਾਨ ਦੀ ਲੜਾਈ ਜਿੱਤ ਕੇ ਆਏ 1818 'ਚ, ਉਹਨਾਂ ਨੇ ਇੱਥੇ ਭਾਈ ਗੁਰਬਖਸ਼ ਸਿੰਘ ਦੀ ਡਿਊਟੀ ਲਾਈ ਕਿ ਜਿਹੜੇ ਇਹ ਨਨਕਾਣਾ ਸਾਹਿਬ 'ਚ ਅਸਥਾਨ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਹੈਗਾ ਵਧੀਆ ਸਟਰਕਚਰ ਜਿਹੜਾ ਦਾ ਬਣਾਇਆ ਜਾਵੇ। ਜਿਹੜੇ ਭਾਈ ਗੁਰਬਖਸ਼ ਸਿੰਘ ਜੀ ਸੀਗੇ, ਉਹਨਾਂ ਨੇ ਉਸ ਵੇਲੇ ਇੱਕ ਜਗ੍ਹਾ ਤੇ ਆਪਣਾ ਜਿਹੜਾ ਸਟੇ ਬਣਾਇਆ, ਉਹ ਗੁਰਦੁਆਰਾ ਹੁਣ ਗੁਰਦੁਆਰਾ ਬਾਲ ਲੀਲਾ ਸਾਹਿਬ ਔਰ ਗੁਰਦੁਆਰਾ ਜਨਮ ਸਥਾਨ ਦੇ ਬਿਲਕੁਲ ਵਿਚਕਾਰ ਉਹਦਾ ਨਾਮ ਅਟਾਰੀ ਸਾਹਿਬ ਰੱਖਿਆ, ਜਿੱਥੇ ਹੁਣ ਗੁਰਦੁਆਰਾ ਮੌਲਵੀ ਪੱਟੀ ਜੀ ਸ਼ੋਭਿਤ ਹੈ। ਉੱਥੇ ਬੈਠ ਕੇ ਉਹਨਾਂ ਨੇ ਕੰਸਟਰਕਸ਼ਨ ਕੀਤੀ ਤੇ ਇਹ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਸੀ ਇਹ ਹੌਲੀ ਹੌਲੀ ਆਬਾਦ ਹੋਣੇ ਸ਼ੁਰੂ ਹੋਏ। ਇਹ ਉਸ ਵੇਲੇ ਜਿਹੜੇ ਪ੍ਰੀਸਟ ਰੱਖੇ ਗਏ, ਆਫ ਕੋਰਸ ਆਪਾਂ ਨੂੰ ਪਤਾ ਹੈ ਕਿ ਜਿਹੜੇ ਜ਼ਿਆਦਾ ਸਿੱਖ ਸੀ, ਜਿਹੜੇ ਸਿੰਘ ਸੀਗੇ, ਜਿਹੜੇ ਅੰਮ੍ਰਿਤਧਾਰੀ ਸੀਗੇ, ਇਹ ਸੂਰਬੀਰ ਯੋਧੇ ਨੇ, ਇਹ ਪਹਿਲਾਂ ਮਿਸਲਾਂ ਦੇ ਨਾਲ ਲੜਾਈਆਂ ਕੀਤੀਆਂ। ਇਹ ਜ਼ਿਆਦਾ ਸਕਾਲਰਲੀ ਜਾਂ ਪੜ੍ਹਨ ਲਿਖਣ ਵਾਲੇ ਲਿਟਰੇਰੀ ਕੰਮਾਂ 'ਚ ਘੱਟ ਸੀਗੇ। ਉਸ ਵੇਲੇ ਜਿਹੜੀ ਸੰਗਤ ਅੱਗੇ ਸੀਗੀ, ਉਹਨਾਂ 'ਚੋਂ ਜਿਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਅੱਗੇ ਰੱਖਿਆ, ਉਹਨਾਂ 'ਚ ਸਭ ਤੋਂ ਪਹਿਲਾਂ ਆਉਂਦੇ ਨੇ ਬੇਦੀਜ਼ ਨੂੰ ਸਾਲ ਵੀ 5 ਲੱਖ ਰੁਪਈਆ ਜਿਹੜੀ ਸੀ ਐਨੂਅਲ ਗ੍ਰਾਂਟ ਦਿੱਤੀ ਜਾਂਦੀ ਸੀ ਬੇਦੀ ਪਰਿਵਾਰ ਨੂੰ। ਨੰਬਰ 2 ਤੇ ਆਉਂਦੇ ਨੇ ਸੋਢੀ ਵੀ ਗੁਰੂ ਸਾਹਿਬ ਦੇ ਅੱਗੇ ਵੰਸ਼ਜ 'ਚੋਂ ਸੀਗੇ, ਉਹਨਾਂ ਨੂੰ 4 ਲੱਖ ਦੇ ਕਰੀਬ ਸਾਲ ਦੀ ਐਲਾਨਾ ਇਨਕਮ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੀ ਜਾਂਦੀ ਸੀ। ਤੀਜੇ ਨੰਬਰ ਤੋਂ ਆਉਂਦੇ ਸੀ ਉਦਾਸੀ। ਸੋ ਇਹ 3 ਸੈਕਟ ਸੀਗੇ ਜਿਨ੍ਹਾਂ ਦੇ ਕੋਲ ਸਾਰਾ ਜ਼ਿਆਦਾਤਰ ਜਿਹੜਾ ਸੀ ਕੰਟਰੋਲ ਸੀਗਾ। ਜਿੰਨੇ ਸਥਾਨ ਸੀ ਅਬਾਊਟ 200 ਦੇ ਕਰੀਬ ਉਦਾਸੀ ਇੰਸਟੀਟਿਊਸ਼ਨ ਪਾਏ ਜਾਂਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ, ਜਿਹੜੇ ਕਿ ਉਦਾਸੀਆਂ ਦੇ ਕੋਲ ਕੰਟਰੋਲ ਸੀ, ਜਿਹਨਾਂ ਚੋਂ 75% ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਹਾਈ ਲੈਵਲ ਤੇ ਸਪੋਰਟ ਕਰਦੇ ਸੀ। ਹੁਣ ਜਦੋਂ ਇੰਨੀ ਜ਼ਿਆਦਾ ਫਾਈਨੈਂਸ਼ੀਅਲ ਸਪੋਰਟ ਦਿੱਤੀ ਗਈ ਮਹਾਰਾਜਾ ਰਣਜੀਤ ਸਿੰਘ ਵੱਲੋਂ, ਉਹ ਜਿਹੜੇ ਸ਼ੁਰੂ ਵਾਲੇ ਜਿਹੜੇ ਮਹੰਤ ਸੀਗੇ ਉਹ ਤਾਂ ਠੀਕ ਸੀ, ਬਹੁਤ ਵਧੀਆ ਗੁਰੂ ਘਰ ਦੀ ਸੇਵਾ ਕਰਦੇ ਸੀ। ਸਿੱਖੀ ਦੇ ਪ੍ਰਚਾਰ ਦੇ ਵਿੱਚ ਓਰੀਜਨਲ ਮਹੰਤਾਂ ਦਾ ਬਹੁਤ ਵੱਡਾ ਰੋਲ ਹੈਗਾ, ਜਿਹਨੂੰ ਨਕਾਰਿਆ ਨਹੀਂ ਜਾ ਸਕਦਾ। ਉਹਨਾਂ ਨੇ ਬਹੁਤ ਜਗ੍ਹਾ ਜਿਹੜੀਆਂ ਇਹ ਆਬਾਦ ਕਰਕੇ ਲੋਕਾਂ ਨੂੰ ਨਾਲ ਗੁਰੂ ਘਰ ਦੇ ਨਾਲ ਜੋੜਿਆ। ਪਰ ਜਿਵੇਂ ਜ਼ਿਆਦਾ ਗ੍ਰਾਂਟਸ ਆਉਂਦੀਆਂ ਗਈਆਂ, ਖਾਸ ਕਰਕੇ ਜਦੋਂ ਅੰਗਰੇਜ਼ਾਂ ਦਾ ਸਮਾਂ ਆਇਆ, ਉਸ ਵੇਲੇ ਇਹ ਜਿਹੜਾ ਆਪਣਾ ਨਨਕਾਣਾ ਸਾਹਿਬ ਦਾ ਇਲਾਕਾ ਹੈਗਾ, ਮੈਂ ਇਹਦੇ ਬਾਰੇ ਥੋੜ੍ਹਾ ਦੱਸਦਾ ਜਾਵਾਂ। ਇੱਥੇ ਕੋਈ ਕਾਸਟ ਵਗੈਰਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਵੀ ਇਹ ਜਿਹੜਾ ਸਾਰਾ ਇਲਾਕਾ ਸੀ ਇਹ ਬੰਜਰ ਸੀ। ਇੱਥੇ ਸਿਰਫ ਜਿਹੜੇ ਸੀ ਉਹ ਕੋਈ ਚਲੋ ਮੀਂਹ ਦੇ ਨਾਲ ਮਾੜੀ ਮੋਟੀ ਜਿਹੜੀ ਸੀ ਉਹ ਖੇਤੀ ਹੁੰਦੀ ਸੀ, ਕੋਈ ਇਸ ਇਲਾਕੇ ਦੀ ਕੋਈ ਜ਼ਿਆਦਾ ਫਰਟੀਲਿਟੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ। ਜਦੋਂ ਅੰਗਰੇਜ਼ ਆਏ, ਉਹਨਾਂ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ, ਜਿਵੇਂ ਆਪਾਂ ਨੂੰ ਪਤਾ ਹੈ ਕਿ ਬਾਹਰ ਦੇ ਵਿੱਚ ਆਪਣੇ ਬਹੁਤ ਸਾਰੇ ਲੋਕੀ ਜਿਹੜੇ ਆਪਣੇ ਇਸ ਇਲਾਕੇ ਦੇ ਹੁਣ ਇੰਡੀਅਨ ਪੰਜਾਬ ਦੇ ਹੈਗੇ ਨੇ, ਇਹ ਵੀ 1880-90 ਦੇ ਵਿੱਚ ਬਾਹਰ ਦੇ ਇਲਾਕੇ ਦੇ ਵਿੱਚ ਭੇਜੇ ਗਏ। ਮੁੰਟਗੋਮਰੀ ਹੋਇਆ, ਲਾਇਲਪੁਰ ਹੋਇਆ, ਸਰਗੋਧਾ ਹੋਇਆ। ਇਵੇਂ ਜਿਹੜਾ ਇਹ ਨਨਕਾਣਾ ਸਾਹਿਬ ਦਾ ਇਲਾਕਾ ਸੀ, ਇਹਦੇ ਲਈ ਵੀ ਇੱਥੇ ਜਿਹੜੀ ਸੀ ਨਹਿਰਾਂ ਦੀ ਖੁਦਾਈ ਕੀਤੀ ਗਈ। ਉਹ ਜਦੋਂ ਹੀ ਨਹਿਰਾਂ ਦੀ ਖੁਦਾਈ ਕੀਤੀ ਗਈ, ਉਹ ਜਿਹੜੀ ਜ਼ਮੀਨ ਸੀ, ਉਹ ਜਿਹੜੀ ਕਿ ਬਹੁਤ ਹੀ ਕਹਿ ਲਓ ਵੀ ਕਲਰ ਸੀ, ਜਿੱਥੇ ਕੋਈ ਕੁਛ ਉੱਗਦਾ ਨਹੀਂ ਸੀ, ਕਦੀ ਨਹੀਂ ਹੁੰਦਾ ਸੀ, ਕੁਛ ਉੱਗ ਜਾਂਦਾ ਸੀ। ਉਹ ਜਿਹੜੀ ਜਗ੍ਹਾ ਸੀਗੀ, ਉਹ ਦਿਨਾਂ ਦੇ ਵਿੱਚ ਹੀ ਉਹਦੀ ਸੀ ਜਿਹੜੀ ਵੈਲਿਊ ਬਦਲ ਗਈ। ਬਹੁਤ ਜ਼ਿਆਦਾ ਉਸ ਜ਼ਮੀਨ ਦੀ ਜਿਹੜੀ ਸੀ ਉਹ ਇਵੈਲੂਏਸ਼ਨ ਸੀ ਬਹੁਤ ਜ਼ਿਆਦਾ ਵੱਧ ਗਈ। ਉਹਦੇ ਨਾਲ ਜਿਹੜੇ ਮਹੰਤ ਸੀਗੇ, ਜਿਹੜੇ ਕਿ ਉਸ ਵੇਲੇ ਸੇਵਾ ਭਾਵਨਾ ਦੇ ਤੌਰ ਤੇ ਉੱਥੇ ਰਹਿੰਦੇ ਸੀ, ਉਹਨਾਂ ਦੇ ਵਿੱਚੋਂ ਕਈਆਂ ਦੇ ਵਿੱਚ ਮਨ ਦੇ ਵਿੱਚ ਲਾਲਚ ਆ ਗਿਆ। ਜਿਹੜੇ ਓਰੀਜਨਲ ਮਹੰਤ ਸੀ ਉਹ ਤਾਂ ਜਾਂਦੇ ਲੱਗੇ, ਹੁਣ ਉਹਨਾਂ ਦੀ ਤੀਜੀ ਚੌਥੀ ਪੀੜ੍ਹੀ ਆ ਚੁੱਕੀ ਸੀ। ਮਤਲਬ ਜਿਹੜੇ ਓਰੀਜਨਲ ਸਿੱਖੀ ਨਾਲ ਸੀ ਉਹ ਤਾਂ ਪੂਰੇ ਹੋ ਚੁੱਕੇ ਸੀਗੇ। ਉਹਨਾਂ ਦੇ ਅੱਗੇ ਬੱਚਿਆਂ 'ਚ ਉਹ ਸਿੱਖੀ ਦੇ ਨਾਲ ਇਹੋ ਜਿਹਾ ਇੰਨਾ ਗੂੜਾ ਦਿਲੋਂ ਨਹੀਂ ਸੀ। ਉਹਨਾਂ ਨੇ ਉਹਨੂੰ ਕਮਰਸ਼ੀਅਲਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਸਟੇਟ ਜਿਹੜੀ ਸੀ ਉਹਦੀ ਵੈਲਿਊ ਬਹੁਤ ਜ਼ਿਆਦਾ ਵੱਧ ਗਈ ਨਹਿਰਾਂ ਬਣਨ ਦੇ ਕਰਕੇ। ਨਹਿਰਾਂ ਜਦੋਂ ਆਈਆਂ, ਨਨਕਾਣਾ ਸਾਹਿਬ ਦਾ ਰੇਲਵੇ ਸਟੇਸ਼ਨ ਬਣਿਆ 1890 ਦੇ ਕਰੀਬ ਦੇ ਵਿੱਚ। ਉਸ ਵੇਲੇ ਉੱਥੇ ਇੱਕ ਦਾਣਾ ਮੰਡੀ ਦੀ ਲੋੜ ਪਈ, ਜਿਹੜੀ ਕਿ ਗੁਰਦੁਆਰਾ ਮਾਲ ਜੀ ਸਾਹਿਬ ਦੇ ਬਿਲਕੁਲ ਨੇੜੇ ਰੇਲਵੇ ਸਟੇਸ਼ਨ ਸੀ। ਉੱਥੇ ਦੇ ਮਹੰਤ ਨੇ ਸਭ ਤੋਂ ਪਹਿਲਾਂ ਜਿਹੜੀ ਸੀ
ਜਿਹੜੀ ਸੀ ਆਪਣੀ ਗਾਲਾ ਮੰਡੀ ਕਰਕੇ, ਦਾਣਾ ਮੰਡੀ ਕਰਕੇ ਜਿਹਨੂੰ ਆਪਾਂ ਕਹਿੰਦੇ ਆ, ਉਹ ਬਣਾਈ। ਬਹੁਤ ਜ਼ਿਆਦਾ ਅਮੀਰੀ ਹੋਈ। ਉਹਨਾਂ ਨੇ ਆਪਣੇ ਜਿਹੜੇ ਸਾਰੇ ਰਿਸ਼ਤੇਦਾਰ ਸੀ, ਭੈਣ ਭਰਾ ਸੀ, ਸਕੇ ਸੀ, ਦੋਸਤ ਸੀ, ਉਹਨਾਂ ਦੇ ਨਾਂ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਜ਼ਮੀਨਾਂ ਸੀਗੀਆਂ, ਹਜ਼ਾਰਾਂ ਏਕੜਾਂ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਾਂ ਰਾਏ ਬਲੌਰ ਦੇ ਸਮੇਂ ਤੋਂ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਟੇਟ ਲੱਗੀ ਹੋਈ ਸੀ, ਉਹ ਜਿਹੜੀਆਂ ਆਪਣੇ ਨਾਮ ਤੇ ਹੌਲੀ ਹੌਲੀ ਕਰਨੀਆਂ ਸ਼ੁਰੂ ਕੀਤੀਆਂ। ਤੇ ਬਸ ਸਲੋ ਪ੍ਰੋਸੈਸ, ਇੱਦਾਂ ਨਹੀਂ ਵੀ ਇੱਕ ਦਿਨ ਕਰ ਲਈਆਂ। ਉਹ ਵੀ ਕਾਨੂੰਨੀ ਦਾਅ ਪੇਚ ਖੇਡ ਕੇ, ਕਦੀ ਕਿਸੇ ਨੇ ਕਿਸੇ ਨਾਲ ਵਿਆਹ ਕਰਵਾ ਕੇ, ਕੁਝ ਫੈਮਿਲੀ ਨੂੰ ਦੇ ਕੇ, ਉਹਨਾਂ ਵਿੱਚ ਕਈ ਪੱਤੀਦਾਰ ਜਿਹੜੇ ਸੀ ਉਹ ਬਣਨੇ ਸ਼ੁਰੂ ਹੋ ਗਏ। ਨਾਲ ਉਹਨਾਂ ਨੇ ਆਫਕੋਰਸ ਜਦੋਂ ਜ਼ਮੀਨਾਂ ਆ ਗਈਆਂ, ਅਯਾਸ਼ੀ ਹੋਣੀ ਸ਼ੁਰੂ ਹੋ ਗਈ, ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਸੀ ਉਹ ਕੁਕਰਮ ਸ਼ੁਰੂ ਕਰ ਦਿੱਤੇ। ਸੋ ਇਸ ਲਈ ਥੋੜ੍ਹੀ ਜਿਹੀ ਬੈਕਗਰਾਊਂਡ ਕਿ ਇਹ ਕਿਵੇਂ ਸਾਰਾ ਭਾਣਾ ਵਰਤਿਆ, ਕਿਵੇਂ ਹੌਲੀ ਹੌਲੀ ਇਹ ਜਿਹੜੇ ਗੁਰੂ ਸਾਹਿਬ ਦੀ ਸ਼ਰਧਾ ਦੇ ਲਈ ਜਗ੍ਹਾ ਬਣਾਈਆਂ ਗਈਆਂ ਸੀਗੀਆਂ, ਹੌਲੀ ਹੌਲੀ ਕਰਪਟ ਕਲਰਜੀ ਸੀਗੇ ਜਿਹੜੇ, ਜਿਹਨੂੰ ਆਪਾਂ ਹੁਣ ਮਹੰਤ ਕਹਿੰਦੇ ਆ। ਉਸ ਤੋਂ ਪਹਿਲਾਂ 10ਵੇਂ ਗੁਰੂ ਸਾਹਿਬ ਦੇ ਪਾਤਸ਼ਾਹ ਦੇ ਵੇਲੇ ਮਸੰਦ ਸੀਗੇ, ਉਸ ਤੋਂ ਪਹਿਲਾਂ ਮੰਜੀ ਸਿਸਟਮ ਸੀਗਾ। ਇਹ ਸਾਰੇ ਮਤਲਬ ਇਹ ਸਾਰੇ ਹੈਗੇ, ਪਰ ਹੁਣ ਗੁਰੂ ਘਰ ਦੇ ਸੇਵਾਦਾਰ ਹੀ ਨੇ, ਪਰ ਉਹ ਹੌਲੀ ਹੌਲੀ ਟਾਈਮ ਦੇ ਨਾਲ ਕਿਵੇਂ ਕਰਪਟ ਹੁੰਦੇ ਕਿ ਮੈਂ ਤੁਹਾਨੂੰ ਉਹਦੀ ਥੋੜ੍ਹੀ ਜਿਹੀ ਹੈਵ ਟਰਾਈ ਟੂ ਗਿਵ ਦਾ ਬੈਕਗਰਾਊਂਡ ਕਿ ਉਹਦਾ ਰੀਜ਼ਨ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਗ੍ਰਾਂਟ ਦੇਣੀਆਂ ਔਰ ਅੰਗਰੇਜ਼ਾਂ ਵੱਲੋਂ ਉੱਥੇ ਜਾ ਕੇ ਨਹਿਰਾਂ ਕੱਢਣ ਦੇ ਨਾਲ ਜਿਹੜਾ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਸੀ ਛਲ ਕਪਟ ਆ ਗਿਆ। ਜਿਹੜੇ ਉੱਥੇ ਪਿੰਡ ਦੇ ਵਿੱਚ ਖੂਹ ਸੀਗੇ, ਹਾਲੇ ਵੀ ਉੱਥੇ ਹੈਗੇ ਨੇ, ਸੀਤਾ ਵਾਲਾ ਖੂਹ, ਬਾਲੇ ਵਾਲਾ ਖੂਹ, ਬੁੱਤ ਵਾਲਾ, ਖੇਪੂ ਵਾਲਾ, ਬਾਲ ਲੀਲਾ ਤੇ ਮਾਲਜੀ ਸਾਹਿਬ। ਇਹ ਸਿਰਫ ਕੁਝ ਖੂਹ ਸੀਗੇ ਜਿਨ੍ਹਾਂ ਨਾਲ ਪਹਿਲਾਂ ਸਿੰਚਾਈ ਹੁੰਦੀ ਸੀ। ਮੁੜ ਕੇ ਜਿਹੜੇ ਖੂਹ ਸੀਗੇ ਇਹ ਸ਼ਹਿਰ ਦੇ ਵਿੱਚ ਜਿਹੜੇ ਸੀ ਉਹ ਮੇਨ ਪ੍ਰਾਪਰਟੀਜ਼ ਦਾ ਹਿੱਸਾ ਬਣ ਗਿਆ, ਜਿੱਥੇ ਖੂਹ ਹੁੰਦੇ ਸੀਗੇ। ਇਹ ਖੂਹ ਦੇ ਆਲੇ ਦੁਆਲੇ ਜਿੰਨੇ ਵੀ ਪੁਰਾਣੇ ਖੂਹ ਸੀਗੇ, ਇਹ ਜਿਹੜੀ ਜ਼ਮੀਨ ਦੀ ਪ੍ਰਾਪਰਟੀ ਬਹੁਤ ਵਧਣ ਦੇ ਕਾਰਨ ਜਿੰਨੇ ਮਹੰਤ ਸੀ ਉਹਨਾਂ ਦੇ ਆਲੇ ਦੁਆਲੇ ਜਿਹੜਾ ਸੀ ਉਹ ਜਿਹੜੇ ਪ੍ਰਾਪਰਟੀਜ਼ ਰੇਜ਼ ਕਰਨ ਦੇ ਲਈ ਆਪਣੇ ਆਪ ਉਹਨਾਂ ਦੇ ਵਿੱਚ ਜਿਹੜੀ ਸੀ ਆਪਣੀ ਪ੍ਰਾਈਵੇਟ ਸ਼ਮੂਲੀਅਤ ਕਰ ਲਈ। ਇਹ ਫਿਰ ਗੁਰਦੁਆਰਾ ਸੁਧਾਰ ਲਹਿਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ੁਰੂ ਹੋਈ। ਬਾਬਾ ਜੀ ਨੇ ਕਾਫੀ ਡਿਟੇਲ ਵਿੱਚ ਦੱਸਿਆ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ 1920 ਦੇ ਟੂਵਰਡਸ ਐਂਡ ਤੱਕ। ਉਦੋਂ ਜਿਹੜੀ ਪਹਿਲਾਂ ਆਪਾਂ ਨੂੰ ਸਟਾਰਟਿੰਗ ਮਿਲਦੀ ਹੈ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਔਰ ਗੁਰਦੁਆਰਾ ਤਰਨਤਾਰਨ ਸਾਹਿਬ। ਇੱਥੇ ਜਾ ਕੇ ਬਾਬਾ ਜੀ ਉਹਦੀ ਡਿਸਕ੍ਰਿਪਸ਼ਨ ਦੇ ਕੇ ਹਟੇ ਕਿ ਕਿਵੇਂ ਸਿੰਘਾਂ ਨੇ ਜਾ ਕੇ ਪਹਿਲਾਂ ਉਹ ਜਿਹੜੀ ਜਗ੍ਹਾ ਸੀ ਉਹਨਾਂ ਨੂੰ ਕੰਟਰੋਲ ਕੀਤਾ। ਉਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ, ਕਿਉਂਕਿ ਮੇਰਾ ਸਾਰਾ ਕੰਮ ਪਾਕਿਸਤਾਨ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਉੱਪਰ ਹੈ। ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਕਿ ਜਿੱਥੇ ਜਾ ਕੇ ਸਿੰਘਾਂ ਨੇ ਉਸ ਜਗ੍ਹਾ ਦੇ ਉੱਤੇ ਜਿਹੜਾ ਸੀ ਕਬਜ਼ਾ ਕੀਤਾ। ਉੱਥੇ ਜਦੋਂ ਜਾ ਕੇ ਮਹੰਤ ਦੀ ਡੈਥ ਹੋਈ, ਜ਼ਿਆਦਾਤਰ ਇਹ ਉਦੋਂ ਹੀ ਹੋਇਆ ਜਦੋਂ ਵੀ ਇੱਦਾਂ ਤਰਨਤਾਰਨ ਵੀ ਇੱਦਾਂ ਹੋਇਆ ਸੀਗਾ, ਆਪਣਾ ਪੰਜਾ ਸਾਹਿਬ ਵੀ ਇੱਦਾਂ ਹੋਇਆ, ਗੁਰਦੁਆਰਾ ਸਿਆਲਕੋਟ ਵੀ ਇੱਦਾਂ ਹੋਇਆ ਸੀ। ਜਦੋਂ ਪਹਿਲੇ ਮਹੰਤ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀ ਨਵੀਂ ਅੱਗੇ ਸਪੁਰਦਗੀ ਕਰਨੀ ਹੁੰਦੀ ਹੈ, ਉਸ ਵੇਲੇ ਜਿਹੜੇ ਸਿੱਖ ਲਹਿਰ ਹੈਗੀ ਆ ਉੱਥੇ ਪਹੁੰਚਦੇ ਨੇ ਅੰਗਰੇਜ਼ਾਂ ਦੇ ਥਰੂ ਕਿ ਹੁਣ ਜਿਹੜੀ ਸਾਨੂੰ ਜਿਹੜੀ ਹੈਗੀ ਇਹਦੀ ਵਾਪਸ ਦਿੱਤੀ ਜਾਵੇ। ਇਹ ਕੋਸ਼ਿਸ਼ ਵੈਸੇ ਪਹਿਲਾਂ 1859 ਵਿੱਚ ਵੀ ਇੱਕ ਵਾਰੀ ਅੰਮ੍ਰਿਤਸਰ ਦੇ ਡੀਸੀ ਨੇ ਕੀਤੀ ਸੀਗੀ, ਕੁਝ ਮੀਟਿੰਗ ਕਰਵਾਈ ਗਈ ਸੀ, ਪਰ ਉਹ ਕਿਸੇ ਗੱਲ ਜਿਹੜੀ ਹੈਗੀ ਸਿਰੇ ਨਹੀਂ ਚੜੀ ਸੀ। ਹੁਣ ਜਦੋਂ ਆਪਾਂ ਨਨਕਾਣਾ ਸਾਹਿਬ ਸਾਕੇ ਦੀ ਗੱਲ ਕਰਦੇ ਹਾਂ, ਉਸ ਵੇਲੇ ਮੈਂ ਥੋੜੀ ਜਿਹੀ ਤੁਹਾਨੂੰ ਡਿਟੇਲ ਲੰਬੀ ਕਰਨੀ ਚਾਹੂੰਗਾ, ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਦੱਸਾਂ, ਜਿਹੜੀ ਦ ਸਿੱਖ ਹੈਰੀਟੇਜ ਕਿਤਾਬ ਦੇ ਵਿੱਚ ਮੈਂ ਚੀਜ਼ਾਂ ਕੁਝ ਇਨਕਲੂਡ ਕੀਤੀਆਂ ਨੇ। ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਕਬਜ਼ਾ ਆਪਣਾ ਨਰਾਣੂ ਮਹੰਤ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਤੋਂ ਪਹਿਲਾਂ ਉਹਦੇ ਭਾਈਦਾਰ ਜਾਂ ਜਿੰਨੇ ਜਿਹੜੇ ਪੱਟੀਦਾਰ ਜਿਨ੍ਹਾਂ ਦਾ ਬਹੁਤ ਕਈਆਂ ਸਦੀਆਂ ਤੋਂ ਚੱਲਦਾ ਆ ਰਿਹਾ, ਉਹਨੂੰ ਛਡਾਉਣ ਦੇ ਲਈ ਸਿੰਘਾਂ ਨੇ ਆਪਸ ਵਿੱਚ ਇਹ ਗੱਲਬਾਤ ਸ਼ੁਰੂ ਕੀਤੀ ਕਿ ਹੁਣ ਤਰਨਤਾਰਨ ਸਾਹਿਬ ਔਰ ਗੁਰਦੁਆਰਾ ਪੰਜਾ ਸਾਹਿਬ ਹੋਰ ਵੀ ਕਈ ਗੁਰਦੁਆਰੇ ਸਥਾਨ ਜਿਹਨਾਂ ਨੂੰ ਛਡਾਇਆ ਜਾ ਚੁੱਕਾ ਹੈ, ਆਪਾਂ ਇਹਦੇ ਲਈ ਜਿਹੜੀ ਹੈਗੀ ਕੋਈ ਮੀਟਿੰਗ ਕਰੀਏ। ਜਿਹੜੀ ਸਭ ਤੋਂ ਪਹਿਲੀ ਮੀਟਿੰਗ ਹੈਗੀ ਆ, ਉਹਦੀ ਤਰੀਕ ਜਿਹੜੀ ਕਿਤਾਬਾਂ 'ਚ ਦੱਸੀ ਜਾਂਦੀ ਹੈ, ਉਹ 14 ਫਰਵਰੀ 1921 ਨੂੰ ਹੋਈ ਹੈ, ਜਿਹਦੀ ਤਰੀਕ ਰੱਖੀ ਹੋਈ ਹੈ ਭਾਈ ਬੂਟਾ ਸਿੰਘ ਵਕੀਲ। ਇਹ ਬੂਟਾ ਸਿੰਘ ਵਕੀਲ ਜੀ ਦੀ ਕੋਠੀ ਸੀਗੀ ਸ਼ੇਖੂਪੁਰਾ ਦੇ ਵਿੱਚ। ਇਹਨਾਂ ਨੇ ਔਰ ਕਰਤਾਰ ਸਿੰਘ ਜੀ ਝੱਬਰ ਨੇ ਇਹਨਾਂ ਨੇ ਜਿਹੜੀ ਸੀ ਮੀਟਿੰਗ ਸੈੱਟ ਕੀਤੀ ਨਰੈਣੂ ਮਹੰਤ ਦੇ ਨਾਲ। ਪਰ ਉਸ ਵੇਲੇ ਉਹ ਜਿਹੜਾ ਸੀ ਉਹ ਕਿਸੇ ਕਾਰਨ ਕਰਕੇ ਨਰੈਣੂ ਮਹੰਤ ਉੱਥੇ ਪਹੁੰਚ ਨਹੀਂ ਸਕਿਆ। ਉਹਨੇ ਕਹਿ ਲਓ ਵੀ ਟਾਲਮ ਟੋਲਾ ਕੀਤਾ ਤੇ ਉਹਨੇ ਕਿਹਾ ਵੀ 15 ਫਰਵਰੀ 1921 ਨੂੰ ਲਾਹੌਰ ਆ ਕੇ ਮੇਰੇ ਨਾਲ ਜਿਹੜੀ ਮੁਲਾਕਾਤ ਕੀਤੀ ਜਾਵੇ। ਲਾਹੌਰ ਪਹੁੰਚ ਕੇ ਸਰਦਾਰ ਬੂਟਾ ਸਿੰਘ ਜੀ ਤੇ ਝੱਬਰ ਜੀ, ਇਹ ਲਾਹੌਰ ਜਿਹੜਾ ਸੀਗਾ ਲਾਇਲ ਗਜ਼ਟ ਅਖਬਾਰ ਉਹਦਾ ਦਫ਼ਤਰ ਸੀ ਸਰਦਾਰ ਅਮਰ ਸਿੰਘ ਦਾ, ਉੱਥੇ ਪਹੁੰਚੇ ਤੇ ਮਹੰਤ ਨੂੰ ਉੱਥੇ ਸੱਦਿਆ। ਉਸ ਵੇਲੇ ਮਹੰਤ ਤਾਂ ਨਹੀਂ ਆਇਆ, ਪਰ ਉਸ ਵੇਲੇ ਇੱਕ ਝੱਬਰ ਜੀ ਦਾ ਸੂਹੀਆ ਸੀ ਅਵਤਾਰ ਸਿੰਘ, ਜਿਹੜਾ ਕਿ ਮਹੰਤ ਦੇ ਕੋਲ ਕੰਮ ਕਰਦਾ ਸੀ। ਉਹਨੇ ਆ ਕੇ ਖਬਰ ਕੀ ਦਿੱਤੀ, ਉਹਨੇ ਦੱਸਿਆ ਵੀ ਕੱਲ ਇੱਕ ਦਿਨ ਪਹਿਲਾਂ ਜਿਹੜਾ ਮਹੰਤ ਸੀ ਉਹ ਹੋਰ ਮਹੰਤਾਂ ਨੂੰ ਮਿਲਿਆ। ਕਿਹੜੇ ਮਹੰਤਾਂ ਨੂੰ ਮਿਲਿਆ? ਤੁਹਾਡੇ ਵਿੱਚ ਜਿਨ੍ਹਾਂ ਕੋਲ ਮੇਰੀ ਕਿਤਾਬ ਹੈ ਉਹਨਾਂ 'ਚ ਇਸ ਜਗ੍ਹਾ ਦਾ ਬਹੁਤ ਵੱਡਾ ਜ਼ਿਕਰ ਹੈਗਾ। ਗੁਰਦੁਆਰਾ ਬਾਬਾ ਰਾਮ ਥੰਮਣ ਹੈਗਾ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਮਾਸੀ ਦਾ ਲੜਕਾ ਸੀ ਰਾਮ ਥੰਮਣ, ਉਹਦੇ ਨਾਮ ਤੇ ਗੁਰਦੁਆਰਾ ਰਾਮ ਥੰਮਣ ਹੈ। ਇੱਦਾਂ ਹੀ ਗੁਰਦੁਆਰਾ ਹੈਗਾ ਭਾਈ ਫੇਰੂ ਵੀ ਮਸੰਦ ਸੀ, ਜਿਹਦੇ ਉੱਪਰ ਬਹੁਤ ਵੱਡਾ ਅਸਥਾਨ, ਹੁਣ ਉਹਦਾ ਨਾਮ ਫੂਲ ਨਗਰ ਹੈ। ਉਹ ਜਗ੍ਹਾ ਦੇ ਸਾਰੇ ਜਿਹੜੇ ਮਹੰਤ ਸੀ, ਗੁਰਦੁਆਰਾ ਸਾਹਿਬ ਮਾਣਕ ਹੈ, ਭਾਈ ਪਿਰਥੀ ਦੀ ਜਗ੍ਹਾ ਹੈ, ਇਹ ਸਾਰੇ ਮਹੰਤਾਂ ਨੂੰ ਇਕੱਠੇ ਕਰਕੇ ਇੱਕ ਦਿਨ ਪਹਿਲਾਂ ਬਸੰਤ ਦਾਸ ਜੀ ਦਾ ਨਾਮ, ਉਹਨਾਂ ਨੂੰ ਇਕੱਠੇ ਕਰਕੇ ਨਰਾਇਣ ਦਾਸ ਨੇ ਪਲਾਨ ਬਣਾਈ ਸੀ ਕਿ 12 ਭਗੌੜੇ ਕਾਤਲ ਲੈ ਕੇ 6 ਮਾਰਚ ਨੂੰ ਨਨਕਾਣਾ ਸਾਹਿਬ ਉਹ ਸਾਰੇ ਪੁੱਜਣਗੇ ਤੇ ਜਦੋਂ ਉੱਥੇ ਪੰਥਕ ਮੁਖੀਆਂ ਦਾ ਇਕੱਠ ਹੋਇਆ ਹੋਏਗਾ
ਉਸ ਵੇਲੇ ਉਹ ਹੱਲਾ ਕਰਨਗੇ ਤੇ ਜਿਹੜੇ ਸਾਰੇ ਸੀ ਸਿੱਖ ਜਿਹੜੇ ਸੀ ਉਹ ਮਾਰ ਦਿੱਤੇ ਜਾਣਗੇ। ਤੇ ਉਹ ਨਾਲ ਜਿਹੜਾ ਸੀ ਇਹ ਮਹੰਤ ਨਰੈਣਾ ਇਹ ਲੋਕਾਂ ਦੇ ਨਾਲ ਸੁਲਹ ਸਫਾਈ ਜਿਹੜੀ ਹੈਗੀ ਡਿਪਲੋਮੈਟਿਕ ਟਾਕ ਵੀ ਕਰਦਾ ਰਹੂਗਾ। ਇਹ ਗੱਲ ਜਦੋਂ ਇਹਨਾਂ ਨੂੰ ਪਤਾ ਲੱਗੀ, ਇਹਨਾਂ ਨੂੰ ਸਿੰਘਾਂ ਨੂੰ ਪਤਾ ਲੱਗੀ, ਭਾਈ ਕਰਤਾਰ ਸਿੰਘ ਝੱਬਰ ਜੀ ਨੂੰ ਔਰ ਸਰਦਾਰ ਬੂਟਾ ਸਿੰਘ ਜੀ ਨੂੰ, ਉਹਨਾਂ ਨੇ ਜਿਹੜਾ ਸੀ ਅੱਖਾਂ ਖੁੱਲ੍ਹ ਗਈਆਂ ਵੀ ਇਹ ਤਾਂ ਅਸੀਂ ਸੁਲਹ ਸਫਾਈ ਦੀ ਗੱਲ ਕਰਦੇ ਹਾਂ, ਸਾਨੂੰ ਮਾਰਨ ਦੀ ਪਲਾਨ ਬਣਾਈ ਫਿਰਦਾ। ਉਸੇ ਵੇਲੇ ਮਹੰਤ ਨੇ ਜਦੋਂ ਉੱਥੇ ਪਹੁੰਚਣਾ ਸੀਗਾ ਉਹਨੂੰ ਮਿਲਣ ਦੇ ਲਈ, ਉਹ ਪਹੁੰਚਿਆ ਨਹੀਂ ਤੇ ਉਹਨੇ ਕਿਹਾ ਵੀ ਮੈਂ ਬੇਦੀ ਕਰਤਾਰ ਸਿੰਘ ਦੀ ਕੋਠੀ ਬੈਠਾ ਤੇ ਮੈਨੂੰ ਉੱਥੇ ਆ ਕੇ ਜਿਹੜਾ ਮਿਲੋ। ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਕਿ ਇਹ ਜਿਹੜੀ ਨੈਗੋਸ਼ੀਏਸ਼ਨ ਦਾ ਟਾਈਮ ਸੀਗਾ, ਸਿੰਘਾਂ ਨੂੰ ਲੱਗਾ ਕਿ ਹੁਣ ਸਾਡਾ ਜਿਹੜੀ ਇਹ ਗੱਲਬਾਤ ਹੈਗੀ ਹੈ, ਗੱਲਬਾਤ ਕਿਸੇ ਸਿਰੇ ਨਹੀਂ ਲੱਗਣੀ, ਤੁਸੀਂ ਇਹ ਜਿਹੜਾ ਆਪਣੇ ਲੈਵਲ ਤੇ ਜਾ ਕੇ ਸਿੱਧਾ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਰੋਸ ਪ੍ਰਦਰਸ਼ਨ ਕਰਨਾ ਹੈ। ਸੋ ਇਹ ਪੁਆਇੰਟ ਮੈਂ ਤੁਹਾਨੂੰ ਕਰ ਦੱਸਿਆ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਸਿੰਘਾਂ ਨੇ ਜਾ ਕੇ ਬਿਨਾਂ ਕਿਸੇ ਪਹਿਲਾਂ ਇੰਟੀਮੇਸ਼ਨ ਤੋਂ ਜਾ ਕੇ ਹਮਲਾ ਕੀਤਾ। ਕੋਈ ਮੈਂ ਦੂਜੇ ਪਾਸੇ ਦਾ ਇਤਿਹਾਸ ਵੀ ਬਹੁਤ ਪੜ੍ਹਦਾ ਕਿ ਮਹੰਤਾਂ ਵੱਲੋਂ ਕੀ ਲਿਖਿਆ ਗਿਆ, ਉਹਨਾਂ ਦੀ ਕਿਤਾਬਾਂ ਵੀ ਬਹੁਤ ਵੱਡੀਆਂ ਨੇ। ਇਸ ਕਿਤਾਬ ਦੇ ਵਿੱਚ ਇਸ ਸਾਕੇ ਦੇ ਜ਼ਿਕਰ ਵਿੱਚ ਸੱਕਰ ਸਿੰਘ ਦੇ ਵਿੱਚ ਇੱਕ ਸ਼ਹਿਰ ਹੈ ਜਿੱਥੋਂ ਕਿ ਮਹੰਤ ਦਾ ਹੈੱਡ ਸੀ, ਜਿੱਥੋਂ ਕਿ ਬਹੁਤ ਵੱਡੀ ਕਿਤਾਬ ਉਹਨਾਂ ਨੇ ਲਿਖੀ ਹੋਈ ਹੈ ਕਿ ਇਹ ਸਾਕਾ ਉਹਨਾਂ ਨੇ ਆਪਣੇ ਪੁਆਇੰਟ ਵਿਊ ਦੱਸੇ ਹੋਏ ਆ। ਉਹਦੇ ਅਗੇਂਸਟ ਮੈਂ ਜਿਹੜੀ ਇਹ ਚੀਜ਼ ਦੱਸ ਕਰ ਰਿਹਾ ਕਿ ਸਾਡੇ ਕੋਲ ਸਬੂਤ ਹੈਗਾ ਕਿ ਪਹਿਲਾਂ ਸਿੱਖਾਂ ਨੇ ਮੀਟਿੰਗ ਬਕਾਇਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮਹੰਤ ਦੇ ਨਾਲ ਕਿ ਇਸ ਚੀਜ਼ ਨੂੰ ਸੁਲਹ ਸਫਾਈ ਦੇ ਨਾਲ ਪੂਰਾ ਕੀਤਾ ਜਾਵੇ, ਜਦਕਿ ਮਹੰਤ ਨੇ ਪਹਿਲਾਂ ਹੀ ਪਲਾਨ ਬਣਾਏ ਹੋਏ ਸੀ ਕਿ ਇਸ ਚੀਜ਼ ਨੂੰ ਜਿਹੜਾ ਸੀਗਾ ਉਹ ਕਿਵੇਂ ਵਾਇਲੈਂਸ ਦੇ ਨਾਲ ਜਿਹੜਾ ਸੀ ਉਹ ਖਤਮ ਕਰਨਾ ਚਾਹੁੰਦਾ ਸੀ। ਉਸ ਵੇਲੇ ਫਿਰ ਜਦੋਂ ਸਿੰਘਾਂ ਨੂੰ ਇਹ ਗੱਲ ਪਤਾ ਲੱਗੀ, ਸਭ ਤੋਂ ਪਹਿਲਾਂ ਉਹ ਵਾਪਸ ਪਹੁੰਚੇ ਆਪਣਾ ਗੁਰਦੁਆਰਾ ਸੱਚਾ ਸੌਦਾ। ਗੁਰਦੁਆਰਾ ਸੱਚਾ ਸੌਦਾ ਉਸ ਵੇਲੇ ਖਾਲਸਾ ਸੌਦਾ ਜਿਹੜੀ ਆਪਣੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਇੱਕ ਹੋਰ ਬ੍ਰਾਂਚ ਹੈਗੀ ਆ, ਉਹਦਾ ਵੱਡਾ ਗੜ੍ਹ ਸੀਗਾ। ਚੂੜਕਾਣਾ ਇਲਾਕਾ ਇਹ ਵਿਰਕ ਜੱਟਾਂ ਦਾ ਇਲਾਕਾ ਸੀ ਜ਼ਿਆਦਾਤਰ। ਇਹਨਾਂ ਨੇ ਉੱਥੋਂ ਫੈਸਲਾ ਕੀਤਾ ਕਿ 10 ਫੱਗਣ ਮਤਲਬ 20 ਫਰਵਰੀ ਨੂੰ ਜਾ ਕੇ 4-5 ਹਜ਼ਾਰ ਸਿੰਘਾਂ ਦਾ ਜਥਾ ਲਿਆ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਜਾਣਾ ਹੈ। ਤੇ ਉੱਥੋਂ ਉਹਨਾਂ ਨੇ ਅਲੱਗ-ਅਲੱਗ ਡਿਊਟੀਆਂ ਲਾਈਆਂ। ਭਾਈ ਲਛਮਣ ਸਿੰਘ ਹੋਰਾਂ ਨੇ ਧਾਰੋਵਾਲ ਤੋਂ ਚੱਲ ਕੇ ਤੇ ਝੱਬਰ ਦੇ ਜਿੱਥੇ ਨੂੰ ਨਨਕਾਣਾ ਸਾਹਿਬ ਤੋਂ 5 ਚੰਦਰਕੋਟ ਦੀ ਝਾਲ ਤੇ ਮਿਲਣਾ ਸੀ। ਇਹ ਪਲਾਨ ਬਣਾਈ ਗਈ। ਤੇ ਲਾਇਲਪੁਰ ਤੋਂ ਚੱਕ ਹੈਗਾ 204। ਅੱਜ ਆਪਣਾ ਮੈਨੂੰ ਪਤਾ ਨਹੀਂ ਸੀ ਕਿ ਸ਼ਾਇਦ ਇੱਥੇ ਪ੍ਰੋਜੈਕਟਰ ਚੱਲਣਾ ਕਿ ਨਹੀਂ ਚੱਲਣਾ। ਇਹ ਸਾਰੀਆਂ ਜਗ੍ਹਾ ਦੀ ਮੇਰੇ ਕੋਲ ਤਸਵੀਰਾਂ ਮੌਜੂਦ ਨੇ, ਕਿੱਥੋਂ ਸਿੰਘ ਤੁਰੇ। ਜਦੋਂ ਰੱਬ ਕਰੇ ਕਰੋਨਾ ਠੀਕ ਹੋਵੇ ਤੇ ਮੈਨੂੰ ਸਾਰੀਆਂ ਜਗ੍ਹਾ ਦਾ ਤੁਹਾਨੂੰ ਮੈਪ ਦਿਖਾਊਂਗਾ ਕਿ ਕਿੱਥੋਂ ਇਸ ਵੇਲੇ ਉਹ ਗੁਰਦੁਆਰਾ ਸਾਹਿਬ ਦੀ ਕੀ ਤਰਸੀਬ ਹਾਲਤ ਹੈ। ਆਪਾਂ ਦੁਨੀਆ ਭਰ 'ਚ ਕਈ ਵਾਰੀ ਆਪਣੇ ਆਪ ਨੂੰ ਇਹਨਾਂ ਸਿੱਖ ਪ੍ਰੋਸਪਰਸ ਕਹਿੰਦੇ ਹਾਂ, ਪਰ ਇਹ ਇੰਨੀਆਂ ਇਤਿਹਾਸਿਕ ਜਗ੍ਹਾ ਉਹਨਾਂ ਦੀ ਇੰਨੀ ਬੁਰੀ ਹਾਲਤ ਹੈ। ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੂੰਗਾ ਕਿ ਸਿਰਫ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਹੀ ਨਹੀਂ ਹੈ, ਜਿਨ੍ਹਾਂ ਪਿੰਡਾਂ ਤੋਂ ਇਹ ਸਿੰਘ ਤੋੜੇ ਸੀ ਉੱਥੇ ਵੀ ਬੜੇ ਸ਼ਾਨਦਾਰ ਗੁਰਦੁਆਰਾ ਸਾਹਿਬ ਸਨ। ਉੱਥੋਂ ਮੀਟਿੰਗਾਂ ਕਰਕੇ ਮਾਵਾਂ ਨੇ ਆਪਣੇ ਜਿਹੜੇ ਪੁੱਤ ਤੋੜੇ ਸਨ, ਜਿਹੜੇ ਕਿੰਨਾ ਉੱਥੇ ਕੂੜਾ ਸਿੱਟਿਆ ਜਾਂਦਾ, ਮੱਝਾਂ ਬੰਨੀਆਂ ਹੋਈਆਂ ਨੇ। ਕਦੀ ਮੌਕਾ ਮਿਲਿਆ ਤੇ ਆਪਾਂ ਜ਼ਰੂਰ ਉਹ ਸਲਾਈਡਸ ਵੀ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰਾਂਗੇ। ਐਨੀਵੇਜ਼ ਇੱਦਾਂ ਹੀ ਲਾਇਲਪੁਰ ਦਾ ਗੁਰਦੁਆਰਾ ਸਾਹਿਬ ਸੀ ਚੱਕ 204 ਪਿੰਡ ਦੇ ਵਿੱਚ, ਜਿੱਥੋਂ ਦੇ ਸਰਦਾਰ ਬੂਟਾ ਸਿੰਘ ਜੀ ਸਨ। ਉੱਥੋਂ ਵੀ ਇੱਕ ਜਥਾ ਜਿਹੜਾ ਸੀ ਤੁਰਿਆ। ਇਹਨਾਂ ਸਾਰਿਆਂ ਦੀ ਪਲਾਨ ਸੀ ਕਿ ਦੂਰੋਂ ਆ ਕੇ ਜਿੱਥੇ ਵੀ ਉਸ ਤੜਕੇ ਸਵੇਰ ਨੂੰ ਚੰਦਰਕੋਟ ਦੀ ਝਾਲ ਦੇ ਉੱਤੇ ਆ ਕੇ ਇਹਨਾਂ ਨੇ ਮਿਲਣਾ ਹੈ। ਹੁਣ ਇਹ ਸਾਰੇ ਚਾਹੁੰਦੇ ਸੀ ਵੀ ਇਸ ਚੀਜ਼ ਦਾ ਜਿਹੜਾ ਪਤਾ ਹੈਗਾ, ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਸ਼੍ਰੋਮਣੀ ਕਮੇਟੀ ਜਿਹੜੀ ਅੰਮ੍ਰਿਤਸਰ ਬਣੀ ਆ ਉਹਨਾਂ ਤੱਕ ਨਾ ਪਹੁੰਚਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਅਲਾਓ ਨਹੀਂ ਕਰਨਾ। ਪਰ ਇਹ ਗੱਲ ਗੁਪਤ ਨਹੀਂ ਰਹੀ। ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ, ਇਹ ਵੀ ਉਧਰ ਦੇ ਹੀ, ਉਸ ਤੇਜਾ ਸਿੰਘ ਸਮੁੰਦਰੀ ਵੀ ਉਸ ਇਲਾਕੇ ਦੇ ਨੇ। ਉਹਨਾਂ ਨੂੰ ਜਿਹੜੀ ਸੀ ਇੱਕ ਗੱਲ ਪਤਾ ਲੱਗੀ ਤੇ ਉਹਨਾਂ ਨੇ ਇਹ ਸੁਨੇਹੇ ਸੀ ਜਿਹੜੇ ਉੱਥੋਂ ਭੇਜੇ ਵੀ ਤੁਸੀਂ ਇਹ ਪ੍ਰੋਗਰਾਮ ਫਿਲਹਾਲ ਨਾ ਕਰੋ। ਸਾਨੂੰ ਇਹ ਖਬਰ ਪਤਾ ਲੱਗੀ ਹੋਈ ਹੈ ਕਿ ਮਹੰਤ ਨੇ ਜਿਹੜੇ ਸੀ ਉੱਥੇ ਗੁੰਡੇ ਜਿਹੜੇ ਸੀ ਉਹ ਹਾਇਰ ਕੀਤੇ ਹੋਏ ਨੇ, ਜਿਹੜੇ ਕਿ ਤੁਹਾਨੂੰ ਕਿਸ ਤਰ੍ਹਾਂ ਨੁਕਸਾਨ ਕਰ ਸਕਦੇ ਆ। ਇਸ ਕੰਮ ਦੇ ਲਈ ਹੁਣ ਜਿਹੜਾ ਇੱਕ ਜਥਾ ਭਾਈ ਕਰਤਾਰ ਸਿੰਘ ਝੱਬਰ ਜੀ ਦਾ ਸੀ, ਇਹ ਬੜੀ ਇੰਟਰਸਟਿੰਗ ਪੁਆਇੰਟ ਹੈ ਤੁਹਾਡੇ ਸਭ ਦੇ ਲਈ ਜਾਣਨ ਦੇ ਲਈ। ਜਿਹੜਾ ਭਾਈ ਕਰਤਾਰ ਸਿੰਘ ਜੀ ਝੱਬਰ, ਜਿਨ੍ਹਾਂ ਦਾ ਨਾਮ ਤੁਸੀਂ ਅਕਸਰ ਉਸ ਵੇਲੇ ਹਾਲੇ ਗੁਰਦੁਆਰਾ ਸੱਚਾ ਸੌਦਾ ਸੀਗੇ। ਉਸ ਵੇਲੇ ਉਹਨਾਂ ਦੇ ਕੋਲ ਜਿਹੜੇ ਸਿੰਘ ਪਹੁੰਚੇ ਇਹਨਾਂ ਦਾ ਸੁਨੇਹਾ ਲੈ ਕੇ, ਉਹ ਸਨ ਭਾਈ ਦਲੀਪ ਸਿੰਘ ਜੀ ਸਾਹਨੇਵਾਲ ਵਾਲੇ ਤੇ ਸਰਦਾਰ ਜਸਵੰਤ ਸਿੰਘ ਜੀ ਝਬਾਲ ਵਾਲੇ। ਉਹਨਾਂ ਨੇ ਜਾ ਕੇ ਕਿਹਾ ਭਾਈ ਝੱਬਰ ਜੀ ਨੂੰ ਕਿ ਤੁਸੀਂ ਇਹ ਫਿਲਹਾਲ ਜਿਹੜਾ ਸੀ ਪ੍ਰੋਗਰਾਮ ਆਪਣਾ ਪੋਸਟਪੋਨ ਕਰ ਦਿਓ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪੋਸਟਪੋਨ ਕਰ ਦਿੰਦੇ ਹਾਂ, ਪਰ ਜਿਹੜੇ ਅੱਗੇ ਭਾਈ ਸਰਦਾਰ ਲਛਮਣ ਸਿੰਘ ਜੀ ਉਹ ਜਾ ਚੁੱਕੇ ਨੇ, ਉਹਨਾਂ ਦੀ ਜ਼ਿੰਮੇਵਾਰੀ ਕੌਣ ਲਏਗਾ। ਉਸ ਵੇਲੇ ਸਰਦਾਰ ਦਲੀਪ ਸਿੰਘ ਜੀ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਮੈਂ ਪਰਸਨਲੀ ਲੈਣਾ, ਕਿ ਮੈਂ ਫਟਾਫਟ ਘੋੜੇ ਤੇ ਜਾ ਕੇ ਉਹਨਾਂ ਨੂੰ ਅੱਗੇ ਰੋਕ ਦਾਂਗੇ, ਅੱਗੇ ਰੋਕਣ ਤੋਂ ਵਧਿਆ ਜਾਵੇ, ਤੁਸੀਂ ਇੱਥੇ ਜਿਹੜਾ ਹੈਗਾ ਉਹ ਇੰਤਜ਼ਾਰ ਕਰੋ। ਇਸ ਕਰਕੇ ਜਿਹੜੇ ਭਾਈ ਝੱਬਰ ਸੀਗੇ ਉਹ ਉੱਥੇ ਉਸ ਜਗ੍ਹਾ ਤੇ ਰੁਕ ਗਏ। ਉਹਨਾਂ ਨੇ ਆਪਣਾ ਜਿਹੜਾ ਸੀ ਫਰਦਰ ਕੁਝ ਦੇਰ ਲਈ ਸਟਾਪ ਕਰ ਰਿਹਾ। ਤੇ ਇਹ ਜਿਹੜੇ ਕੁਝ ਸਿੰਘ ਸੀਗੇ ਉਹਨਾਂ ਨੇ 6 ਸਿੰਘਾਂ ਦੇ ਦਸਤਕ ਕੀਤੇ, ਜਿਨ੍ਹਾਂ ਦੇ ਵਿੱਚੋਂ ਉਹ 4 ਘੋੜੇ ਦੇ ਸਵਾਰ ਹੋ ਗਏ ਤੇ ਉਹ ਭਾਈ ਲਛਮਣ ਦੇ ਜਥੇ ਨੂੰ ਰੋਕਣ ਦੇ ਲਈ ਤੁਰ ਪਏ। ਉਹ ਚੰਦਰਕੋਟ ਤੇ ਹੋਰ ਕਿੰਨੇ ਪਿੰਡ ਸੀਗੇ, ਰਾਤੋਂ ਰਾਤ, ਪੂਰੀ ਰਾਤ, ਠੰਡ ਦੀ ਰਾਤ ਸੀ, ਉਹ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਉਸ ਜਥੇ ਦੀ ਭਾਲ ਕਰਦੇ ਰਹੇ। ਉਹਨਾਂ ਨੂੰ ਕਿਤੇ ਵੀ ਉਸ ਜਥੇ ਦੀ ਕੋਈ ਜਿਹੜੀ ਸੀਗੀ ਉਹ ਸੁੱਘ ਜਿਹੜੀ ਸੀ ਉਹ ਨਹੀਂ ਮਿਲ ਸਕੀ। ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਇਹ ਸਾਰੇ ਨਨਕਾਣਾ ਸਾਹਿਬ ਪਹੁੰਚ ਗਏ। ਉਸ ਜਥੇ ਨੂੰ ਲੱਭਦੇ ਭਾਈ ਲਛਮਣ ਸਿੰਘ ਜੀ ਜਥੇ ਨੂੰ, ਉੱਥੇ ਆ ਕੇ ਵੀ ਉਹਨਾਂ ਨੂੰ ਜਥੇ ਦੇ ਆਉਣ ਦਾ ਕੋਈ ਨਿਸ਼ਾਨ ਨਹੀਂ ਲੱਭਿਆ। ਅਖੀਰ ਭਾਈ ਦਲੀਪ ਸਿੰਘ ਜੀ ਜਿਹੜੇ ਸਾਰੀ ਰਾਤ ਦੀ ਸਫ਼ਰ ਦੇ ਉਨੀਂਦੇ ਸੀ, ਉੱਥੇ ਜਿਵੇਂ ਭਾਈ ਸਾਹਿਬ ਜੀ ਨੇ ਪਹਿਲਾਂ
ਦੱਸਿਆ ਕਿ ਉੱਥੇ ਸਰਦਾਰ ਉੱਤਮ ਸਿੰਘ ਜੀ ਦਾ ਕਾਰਖਾਨਾ ਸੀ। ਉੱਥੇ ਜਾ ਕੇ ਉਹ ਕਾਰਖਾਨੇ 'ਚ ਚਲੇ ਗਏ, ਉਹਨਾਂ ਨੂੰ ਨੀਂਦਰ ਆ ਗਈ ਤੇ ਉਹ ਰਾਤ ਦੇ ਥੱਕੇ ਹੋਏ ਸੀਗੇ, ਉਹ ਉੱਥੇ ਜਾ ਕੇ ਸੌਂ ਗਏ। ਪਰ ਉਹਨਾਂ ਨੇ ਉੱਥੇ ਭਾਈ ਵਰਿਆਮ ਸਿੰਘ ਭੋਜੀਆਂ ਦਾ ਸੀ, ਭਾਈ ਵਰਿਆਮ ਸਿੰਘ, ਉਹਦੀ ਡਿਊਟੀ ਲਾਈ ਕਿ ਅਸੀਂ ਤਾਂ ਸੌਣ ਲੱਗੇ ਹਾਂ, ਆਰਾਮ ਕਰਨ ਲੱਗੇ ਹਾਂ, ਤੂੰ ਜਾ ਕੇ ਇਹ ਭਾਈ ਲਛਮਣ ਸਿੰਘ ਦਾ ਜਥਾ ਜਿੱਥੇ ਵੀ ਤੁਹਾਨੂੰ ਮਿਲੇ, ਸ਼ਹਿਰ ਦੇ ਕਿਤੇ ਨੇੜੇ ਤੇੜੇ ਹੋਣਾ ਆ, ਉਹਨਾਂ ਨੂੰ ਜਾ ਕੇ ਇਹ ਜਿਹੜਾ ਖੱਤ ਹੈਗਾ ਜਿੱਤੇ 6 ਸਿੰਘਾਂ ਨੇ ਦਸਤਕ ਹੈਗੇ ਆ, ਇਹ ਜਾ ਕੇ ਜਿਹੜੀ ਚਿੱਠੀ ਫੜਾ। ਉਹ ਜਿਹੜਾ ਭਾਈ ਵਰਿਆਮ ਸਿੰਘ ਭੋਜੀਆਂ ਵਾਲਾ ਸੀ, ਉਸ ਦੀ ਡਿਊਟੀ ਲਾ ਕੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਗਿਆ। ਹੁਣ ਉਸ ਵੇਲੇ ਇਹ 10 ਫੱਗਣ ਦਾ ਦਿਨ, ਕਿਉਂਕਿ ਮਿੱਥ ਹੋਇਆ ਸੀ, ਭਾਈ ਲਛਮਣ ਸਿੰਘ ਜੀ ਦਾ ਜਥਾ ਔਰ ਹੋਰ ਪਿੰਡਾਂ ਦੇ ਜਥੇ ਜਿਹੜੇ ਉਹਨਾਂ ਨੂੰ ਆ ਕੇ ਮਿਲੇ, ਉਹ ਉਸ ਜਗ੍ਹਾ ਤੇ ਪਹੁੰਚ ਚੁੱਕੇ ਸਨ। ਉਹਨਾਂ ਨੇ ਆਪਣੇ ਉਹਨਾਂ ਦੇ ਨਾਲ ਭਾਈ ਟਹਿਲ ਸਿੰਘ ਜੀ ਸਨ, ਜਿਹੜੇ ਕਿ ਇਸ ਚੀਜ਼ 'ਚ ਉਹਨਾਂ ਦਾ ਬਹੁਤ ਜ਼ਿਕਰ ਆਉਂਦਾ ਹੈ, ਭਾਈ ਸਾਹਿਬ ਨੇ ਪਹਿਲਾਂ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹ ਜਦੋਂ ਪਿੰਡ ਦੇ ਬਾਹਰ ਇਕੱਠੇ ਹੋਏ, ਨਨਕਾਣਾ ਸਾਹਿਬ ਦੇ ਬਾਹਰ ਇਕੱਠੇ ਹੋਏ, ਭਾਈ ਟਹਿਲ ਸਿੰਘ ਜੀ ਨੇ ਕਿਹਾ ਕਿ ਸਾਨੂੰ ਇੱਥੇ ਬੈਠ ਕੇ ਸਮਾਂ ਨਹੀਂ ਗਵਾਉਣਾ ਚਾਹੀਦਾ, ਅਸੀਂ ਆਪਣੇ ਘਰਾਂ ਤੋਂ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਣ ਦਾ ਪ੍ਰਣ ਲੈ ਕੇ ਹੀ ਆਏ ਹਾਂ, ਇੱਧਰ ਉੱਧਰ ਦੀਆਂ ਵਿਹਲੀਆਂ ਊਲਾਂ ਨਹੀਂ ਆਪਾਂ ਤੱਕਣੇ, ਹੁਣ ਆਪਾਂ ਨੂੰ ਅੰਦਰ ਚਲੇ ਜਾਣਾ ਚਾਹੀਦਾ ਹੈ। ਤੇ ਜਿੱਥੋਂ ਨਨਕਾਣਾ ਸਾਹਿਬ ਦੀ ਜ਼ਮੀਨ ਦੀ ਹੱਦ ਸ਼ੁਰੂ ਹੁੰਦੀ ਹੈ, ਉੱਥੇ ਸਾਰਿਆਂ ਨੇ ਬੈਠ ਕੇ ਭਾਈ ਲਛਮਣ ਸਿੰਘ ਜੀ ਨੂੰ ਆਪਣਾ ਜਥੇਦਾਰ ਚੁਣਿਆ। ਰਾਤ ਦੀ ਪੂਰੀ ਖਾਮੋਸ਼ੀ ਸੀ। ਥੋੜੇ ਦੇਰ ਅੱਗੇ ਤੁਰਦੇ ਅੱਗੇ ਜਾਂਦੇ ਹੋਏ ਉਹ ਭਾਈ ਲਛਮਣ ਸਿੰਘ ਜੀ ਨੇ ਸਾਰੇ ਜਥੇ ਤੋਂ ਇੱਕ ਵਾਰੀ ਫੇਰ ਪ੍ਰਣ ਕਰਵਾਇਆ ਵੀ ਜੋ ਮਰਜ਼ੀ ਹੋ ਜਾਵੇ, ਤੁਸੀਂ ਅੰਦਰ ਜਾ ਕੇ ਇਹ ਹੈਗਾ ਆਪਣਾ ਹੱਥ ਨਹੀਂ ਚੁੱਕਣਾ। ਮਹੰਤ ਦੇ ਗੁੰਡੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਕਰਦੇ ਆ, ਕੋਈ ਤੁਹਾਡੇ ਉੱਪਰ ਜਿਹੜੀ ਹੈਗੀ ਆ ਉਹ ਕੋਈ ਜ਼ਬਰਦਸਤੀ ਕਰਦੇ ਆ, ਤੁਸੀਂ ਸ਼ਾਂਤਮਈ ਰਹਿ ਕੇ ਜਿਹੜਾ ਹੈਗਾ ਉਹ ਜ਼ਬਰ ਦਾ ਸਾਹਮਣਾ ਕਰਨਾ ਹੈ। ਉਸ ਵੇਲੇ ਭਾਈ ਲਛਮਣ ਸਿੰਘ ਜੀ ਦੀ ਸਿੰਘਣੀ ਵੀ ਨਾਲ ਸੀਗੇ, ਬੀਬੀ ਇੰਦਰਜੀਤ ਕੌਰ, ਤੇ ਕੁਝ ਹੋਰ ਬੀਬੀਆਂ ਵੀ ਸੀ। ਭਾਈ ਟਹਿਲ ਸਿੰਘ ਜੀ ਨੇ ਆਪਣੀ ਜੇਬ ਵਿੱਚੋਂ ਉਸ ਵੇਲੇ 18 ਰੁਪਏ ਕੱਢ ਕੇ ਬੀਬੀ ਇੰਦਰ ਕੌਰ ਜੀ ਨੂੰ ਦਿੱਤੇ ਤੇ ਉਹਨਾਂ ਨੂੰ ਗੁਰਦੁਆਰਾ ਤੰਬੂ ਸਾਹਿਬ ਹੁਣ ਜਿਹੜਾ ਲਾਗੇ ਉੱਥੇ ਭੇਜਿਆ ਕਿ ਤੁਹਾਡੀਆਂ ਵਰਗੀਆਂ ਭੈਣਾਂ ਜੇ ਅਸੀਂ ਇੱਥੇ ਸ਼ਹੀਦ ਹੋ ਗਏ ਤਾਂ ਸਾਡੇ ਪਿੱਛੋਂ ਜਿਹੜਾ ਹੈਗਾ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਾ ਦੇਣਗੀਆਂ। 2-3 ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਜ਼ਿਕਰ ਉਸ ਵੇਲੇ ਆਉਂਦਾ ਹੈ। ਉਸ ਵੇਲੇ ਅਰਦਾਸ ਕਰਕੇ ਜਦੋਂ ਅੱਗੇ ਵਧਣ ਹੀ ਲੱਗੇ ਸੀਗੇ, ਹਲੇ ਗੁਰਦੁਆਰਾ ਸਾਹਿਬ ਉਸ ਵੇਲੇ ਸਵੇਰਾ ਕਹਿ ਲਓ ਵੀ ਪੌਂ ਫਟਾਲਾ ਜਿਹਾ ਹੋਣ ਲੱਗਾ ਸੀ, ਜਦੋਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਐਂਟਰ ਕਰਨ ਲੱਗੇ ਆ ਜਥਾ, ਉਸੇ ਵੇਲੇ ਜਿਹੜੇ ਭਾਈ ਵਰਿਆਮ ਸਿੰਘ ਸੀ ਭੋਜੀਆਂ ਵਾਲੇ, ਜਿਨ੍ਹਾਂ ਦੀ ਡਿਊਟੀ ਭਾਈ ਦਲੀਪ ਸਿੰਘ ਜੀ ਨੇ ਲਾਈ ਸੀ, ਭਾਈ ਦਲੀਪ ਸਿੰਘ ਜੀ ਆਪ ਉੱਤਮ ਸਿੰਘ ਜੀ ਦੇ ਕਾਰਖਾਨੇ ਵਿੱਚ ਜਾ ਕੇ ਆਰਾਮ ਕਰ ਰਹੇ ਸੀਗੇ, ਉਹ ਆ ਕੇ ਇੱਥੇ ਪਹੁੰਚ ਗਏ। ਉਹਨਾਂ ਨੇ ਫਟਾਫਟ ਇਹ ਜਿਹੜੀ 6 ਸਿੰਘਾਂ ਦੇ ਦਸਤਕਾਂ ਵਾਲੀ ਚਿੱਠੀ ਸੀਗੀ, ਇਹ ਭਾਈ ਲਛਮਣ ਸਿੰਘ ਜੀ ਨੂੰ ਤੇ ਇਸ ਜਥੇ ਨੂੰ ਦਿੱਤੀ ਤੇ ਇਹਨਾਂ ਨੂੰ ਕਿਹਾ ਵੀ ਰੁਕ ਜਾਓ। ਹੁਣ ਇਸ ਵੇਲੇ ਜਿਹੜਾ ਸੀ ਜਥੇ ਦੇ ਸਿੰਘਾਂ ਨੂੰ ਬੜੀ ਅਜੀਬ ਕਿਸਮ ਦੀ ਦੁਚਿੱਤੀ ਜਿਹੀ ਪੈ ਗਈ। ਮਤਲਬ ਤੁਸੀਂ ਨੋਟ ਕਰੋ, ਹੁਣ ਵੀ ਇਸ ਵੇਲੇ ਪ੍ਰੋਟੈਸਟ ਚੱਲ ਰਹੇ ਦਿੱਲੀ ਦੇ ਵਿੱਚ, ਇੰਨਾ ਸੋਸ਼ਲ ਮੀਡੀਆ ਹੈਗਾ, ਸਭ ਕੁਝ ਹੈਗਾ, ਕਿੰਨੀ ਕਮਿਊਨੀਕੇਸ਼ਨ ਹੁੰਦੀ ਹੈ, ਤਾਂ ਵੀ ਜਿਹੜੇ ਕਈ ਵਾਰੀ ਕਈ ਫੈਸਲੇ ਪਤਾ ਨਹੀਂ ਲੱਗਦਾ ਜੀ ਹਾਂਜੀ ਇੱਧਰ ਰਿੰਗ ਰੋਡ ਤੇ ਕੌਣ ਗਿਆ, ਲਾਲ ਕਿਲੇ ਕੌਣ ਚਲਾ ਗਿਆ, ਫਲਾਨਾ ਚਲਾ ਗਿਆ, ਹਾਲੇ ਤੱਕ ਜਿਹੜਾ ਹੈਗਾ ਉਹ ਭੰਬਲ ਭੂਸਾ ਜਿਹੜਾ ਚੱਲ ਰਿਹਾ। ਉਸ ਵੇਲੇ ਨੋਟ ਕਰੋ, ਕੋਈ ਸੋਸ਼ਲ ਮੀਡੀਆ ਨਹੀਂ, ਕੋਈ ਫੋਨ ਨਹੀਂ ਆ, ਇੰਨਾ ਵੱਡਾ ਇਹ ਕਹਿ ਲਓ ਭਈ ਇੱਕ ਈਵੈਂਟ ਹੋਣ ਜਾ ਰਿਹਾ ਜਿਹਦੇ ਲਈ ਐਨ ਖੜੇ ਮੌਕੇ ਤੇ ਤੁਹਾਡੇ ਕੋਲ ਇਹ ਚਿੱਠੀ ਪਹੁੰਚ ਜਾਂਦੀ ਹੈ ਕਿ ਤੁਸੀਂ ਅੱਗੇ ਪ੍ਰੋਸੀਡ ਨਹੀਂ ਕਰਨਾ। ਉਸ ਵੇਲੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਤੇ ਪੰਥ ਦਾ ਨਾਂ ਜਾਣ ਦਾ ਹੁਕਮ ਹੈ, ਦੂਜੇ ਪਾਸੇ ਕੀਤੀ ਹੋਈ ਅਰਦਾਸ ਤੇ ਕੀਤੇ ਹੋਏ ਬਚਨ ਦਾ ਸਤਿਕਾਰ ਹੈ, ਤੇ ਤੀਜੇ ਪਾਸੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਜ਼ਿੰਦਗੀ ਲਾ ਦੇਣ ਵਾਲੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਕੇ ਖੜੇ ਹੋਣ ਦੀ ਲਾਲਸਾ ਹੈ। ਇਹ 3 ਪੁਆਇੰਟ ਜਿਹੜੇ ਹੈਗੇ ਨੇ, ਔਰ ਕੁਝ ਮਿੰਟਾਂ ਦਾ ਤੁਹਾਡੇ ਕੋਲ ਸਮਾਂ ਡਿਸਾਈਡ ਕਰਨਾ। ਉਸ ਵੇਲੇ ਜਿਹੜੇ ਭਾਈ ਟਹਿਲ ਸਿੰਘ ਜੀ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਸੀ ਉਹ ਪਹਿਲ ਕਦਮੀ ਕੀਤੀ ਹੈ ਤੇ ਗੁਰਦੁਆਰਾ ਜਨਮ ਸਥਾਨ ਦੇ ਜਿਹੜਾ ਮਿਡਲ ਵਾਲਾ, ਜਿੱਥੇ ਹੁਣ ਚੌਖੰਡੀ ਸਾਹਿਬ ਜਿਹੜੀ ਹਾਲੇ ਵੀ ਉਹ ਬਿਲਡਿੰਗ ਜਿਹੜੀ ਹੈਗੀ ਆ, ਉਹੀ ਇੱਕ ਛੋਟੀ ਬਿਲਡਿੰਗ ਪੁਰਾਣੀ ਹੈਗੀ ਆ, ਬਾਕੀ ਤਾਂ ਹੁਣ ਆਲਮੋਸਟ ਸਾਰਾ ਨਵਾਂ ਬਣ ਗਿਆ, ਉਧਰ ਨੂੰ ਚੱਲ ਪਏ। ਉਹਨਾਂ ਦੇ ਨਾਲ ਫੇਰ ਕੀ ਸੀ, ਜਿੰਨਾ ਵੀ ਬਾਕੀ ਜਥਾ ਸੀਗਾ ਸਿੰਘਾਂ ਦਾ, ਉਹ ਵੀ ਇਹਨਾਂ ਦੇ ਨਾਲ ਅੱਗੇ ਵਧਦੇ ਗਏ। ਉਸ ਵੇਲੇ ਇੱਕ ਹੋਰ ਸਿੰਘ ਦਾ ਵੀ ਨਾਮ ਆਉਂਦਾ ਹੈ, ਉਹਦਾ ਨਾਮ ਹੈ ਚੌਧਰੀ ਪਾਲ ਸਿੰਘ। ਉਹ ਬੁਚਿਆਣੇ ਵਾਲੇ ਇਲਾਕੇ ਤੋਂ, ਬੁਚਿਆਣਾ ਵੀ ਮੇਰੀ ਕਿਤਾਬ ਦੇ ਵਿੱਚ ਕਾਫੀ ਵੱਡਾ ਉਹਦੇ ਉੱਪਰ ਚੈਪਟਰ ਹੈ, ਪਿੰਡ ਬੁਚਿਆਣੇ ਦੇ ਉੱਪਰ। ਉਧਰੋਂ ਉਸ ਪਾਸੇ ਤੋਂ ਉਹ ਆਏ, ਉਹਨਾਂ ਨੇ ਵੀ ਭਾਈ ਲਛਮਣ ਸਿੰਘ ਨੂੰ ਫਟਾਫਟ ਜੱਫਾ ਪਾਇਆ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਹੋਰ ਪਾਸਿਓਂ ਆ ਰਹੇ ਸੀ ਕਿ ਹਾਲੇ ਨਾ ਅੱਗੇ ਵਧੋ, ਸਾਨੂੰ ਵੀ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਜਿਹੜੀ ਇੰਟੀਮੇਸ਼ਨ ਆਈ ਹੈ। ਪਰ ਉਸ ਵੇਲੇ ਭਾਈ ਲਛਮਣ ਸਿੰਘ ਜੀ ਜਿਹੜੇ ਕਿਹਾ ਜਾਂਦਾ ਹੈ ਕਿ ਬੜੇ ਉਹ ਬਲ ਵਾਲੇ ਤੇ ਦਰਸ਼ਨੀ ਜਵਾਨ ਸਨ, ਉਹਨਾਂ ਨੇ ਇੱਕਦਮ ਚੌਧਰੀ ਪਾਲ ਸਿੰਘ ਨੂੰ ਝੰਜੋੜ ਕੇ ਪਿੱਛੇ ਕਰ ਦਿੱਤਾ ਤੇ ਉਹ ਮਤਲਬ ਫਟਾਫਟ ਜਿਹੜੇ ਸੀ ਅੰਦਰ ਜਾ ਕੇ ਦਾਖਲ ਹੋ ਗਏ। ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਈ ਲੜਾਈ ਝਗੜਾ ਨਹੀਂ ਕਰ ਰਹੇ, ਅਸੀਂ ਤਾਂ ਆਪਣੇ ਪਵਿੱਤਰ ਸਥਾਨ ਤੇ ਆਪਣੀ ਜਿਹੜੀ ਹੈਗੀ ਧਾਰਮਿਕ ਆਪਣੀ ਅਰਦਾਸ ਕਰਨ ਜਾ ਰਹੇ ਹਾਂ, ਆਪਣਾ ਪਾਠ ਕਰਨ ਜਾ ਰਹੇ ਹਾਂ। ਕੋਈ ਸਾਨੂੰ ਮਤਲਬ ਕੋਈ ਇਹੋ ਜਿਹਾ ਅਸੀਂ ਕੋਈ ਲੜਾਈ ਝਗੜੇ ਦੇ ਨਾ ਹੀ ਸਾਡੇ ਕੋਲ ਕੋਈ ਹਥਿਆਰਬੰਦ ਜਿਹੜੇ ਹੈਗੇ ਉਹ ਸਾਥੀ ਸਨ। ਸੋ ਕਹਿ ਲਓ ਵੀ ਉਹ ਮੌਕੇ ਤੇ ਉਹ ਚਿੱਠੀ ਪਹੁੰਚਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਅਰਦਾਸ ਪੂਰੀ ਕਰਨ ਹਿੱਤ, ਜਾਂ ਉਹ ਕਹਿ ਲਓ ਵੀ ਸ਼ਹੀਦਾਂ ਦੀ ਕਤਾਰ ਵਿੱਚ ਪਹੁੰਚਣ ਦੀ ਜਿਹੜੀ ਆਪਣੀ ਕੁਰਬਾਨੀਆਂ ਦਾ ਪੁਰਾਣਾ ਜਜ਼ਬਾ ਹੈਗਾ ਆ, ਉਹਨੂੰ ਪੂਰਨ ਰੱਖਦੇ ਹੋਇਆਂ ਜਿਹੜਾ ਸੀ ਉਹ ਅੱਗੇ ਵਧ ਗਏ। ਅੰਦਰ ਪਹੁੰਚਦੇ ਸਾਰੀ ਭਾਈ ਲਛਮਣ ਸਿੰਘ ਜੀ ਜਿਹੜੇ ਸੀਗੇ ਜਥੇਦਾਰ ਲਛਮਣ ਸਿੰਘ ਜੀ, ਉਹਨਾਂ ਨੇ ਸਿੰਘਾਂ ਨੂੰ ਆਪਣੀਆਂ ਡਿਊਟੀਆਂ ਲਾਤੀਆਂ ਤੇ ਕੁਝ ਸਿੰਘਾਂ ਸਮੇਤ ਆਵੇ ਗੁਰਦੁਆਰੇ ਸਾਹਿਬ ਦਾ ਜਿਹੜਾ ਚੌਖੰਡੀ ਜਿੱਥੇ ਪ੍ਰਕਾਸ਼ ਸਥਾਨ ਦੀ ਜਗ੍ਹਾ ਹੈਗਾ ਉੱਥੇ ਦਾਖਲ ਹੋ ਗਏ। ਗੁਰੂ ਸਾਹਿਬ ਦਾ ਉਹਨਾਂ ਨੇ ਉੱਥੇ ਆਸਾ ਦੀ ਵਾਰ ਦਾ ਜਿਹੜਾ ਸੀ ਪਾਠ ਆਰੰਭ ਕਰ ਦਿੱਤਾ। ਉਸ ਵੇਲੇ ਮਹੰਤ ਨਰਾਇਣ ਦਾਸ ਜਿਹੜਾ ਹਾਲੇ ਤੱਕ ਬਿਲਕੁਲ ਵਾਚ ਕਰ ਰਿਹਾ ਸੀ, ਉਹਨੇ ਕੋਈ ਵੀ ਐਕਸ਼ਨ ਉਦੋਂ ਤੱਕ ਨਹੀਂ ਸੀ ਲਿਆ, ਕੋਈ ਬਾਹਰ ਵਾਰਨਿੰਗ ਨਹੀਂ ਸੀ, ਕੋਈ ਉਹਦੇ ਬਾਹਰ ਬਾਡੀਗਾਰਡ ਨਹੀਂ ਸੀਗੇ। ਉਹਨੇ ਦੱਖਣ ਦੀ ਗੁੱਠ ਵੱਲ
ਉਹ ਜਗ੍ਹਾ ਮੈਂ ਕਾਫੀ ਕਈ ਵਾਰੀ ਵੀਡੀਓਜ਼ 'ਚ ਵੀ ਮੈਂ ਉੱਥੇ ਜਾ ਕੇ ਪਾਕਿਸਤਾਨ ਪਾਉਣਾ ਹੁੰਦਾ ਕਿ ਉਹ ਪਤਾ ਲੱਗੇ ਵੀ ਕਿੱਥੋਂ ਕਿੱਦਾਂ ਸੀਨ ਹੋਇਆ। ਦੱਖਣ ਦੀ ਗੁੱਠਵਲ ਹੈਗਾ ਮਹਿਮਾਨਖਾਨਾ, ਜਿੱਥੇ ਉਹਦੇ ਆ ਕੇ VIPs ਵਗੈਰਾ ਵੀ ਠਹਿਰ ਦਿੰਦੇ ਸੀ। ਉਹ ਚੁਬਾਰੇ ਵਿੱਚੋਂ ਬੈਠ ਕੇ ਇਹ ਜਿਹੜਾ ਸੀ ਸਾਰਾ ਕੌਤਕ ਦੇਖ ਰਿਹਾ ਸੀ। ਉਹਦੇ ਆਪਣੇ ਆਦਮੀ ਸੀਗੇ, ਰਾਂਝਾ, ਰਿਹਾਣਾ, ਮਾਛੀ, ਪਠਾਣਾ, ਕਈ ਇਦਾਂ ਦੇ ਉਹਨੇ ਗੁੰਡੇ ਜਿਹੜੇ ਹਾਇਰ ਕੀਤੇ ਹੋਏ ਸੀਗੇ। ਉਹਨਾਂ ਨੂੰ ਹੁਕਮ ਦੇ ਦਿੱਤਾ, ਬੰਦੂਕਾਂ ਨਾਲ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਤੇ ਸਭ ਤੋਂ ਪਹਿਲਾਂ ਜਿਹੜੇ ਸਿੰਘ ਅੰਦਰ ਪਾਠ ਕਰ ਰਹੇ ਸੀਗੇ ਉਹ ਸ਼ਹੀਦ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਲੱਗੇ, ਜਿਹੜੀ ਕਿ ਬੀੜ ਉੱਥੇ ਸੁਸ਼ੋਭਿਤ ਹੈਗੀ ਆ। ਉਸ ਵੇਲੇ ਬਹੁਤ ਜ਼ਿਆਦਾ ਜਿਹੜਾ ਸੀ ਉਹ ਕਤਲੇਆਮ, ਜਿਹੜੇ ਬਾਕੀ ਹੋਰ ਵੀ ਉਹਦੇ ਗੁੰਡੇ ਰੱਖੇ ਹੋਏ ਸੀ ਉਹ ਥੱਲੇ ਉਤਰ ਕੇ ਆ ਗਏ। ਵਿਹੜੇ ਦੇ ਵਿੱਚ ਜਿੰਨੇ ਸਿੰਘ ਸੀਗੇ ਸ਼ਾਂਤਮਈ ਪਾਠ ਕਰ ਰਹੇ। ਜਿਹੜੇ ਸਿੰਘ, ਕਈਆਂ ਨੂੰ, ਜ਼ਿਆਦਾਤਰ ਆਪਾਂ ਲੋਕਾਂ ਨੂੰ ਸਭ ਨੂੰ ਹੀ ਮੂੰਹ ਜ਼ਬਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਦੀ ਬਜਾਏ ਆਪਾਂ ਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਹੁੰਦਾ। ਜਿਹੜੇ ਜ਼ਿਆਦਾਤਰ ਲੋਕ ਸੀਗੇ ਅੰਦਰ, ਜਿਹੜਾ ਮੇਨ ਸੀ ਆਸਾ ਦੀ ਵਾਰ ਦਾ ਪਾਠ ਹੋ ਰਿਹਾ ਸੀ, ਪਰ ਜ਼ਿਆਦਾਤਰ ਸਿੰਘ ਜਿਹੜੇ ਬੈਠੇ ਸੀਗੇ ਪ੍ਰਕਰਮਾਂ ਦੇ ਵਿੱਚ ਜਾਂ ਬਾਹਰ ਵਰਾਂਡੇ ਦੇ ਪਰਲੇ ਪਾਸੇ, ਉਹ ਸ਼੍ਰੀ ਜਪਜੀ ਸਾਹਿਬ ਦਾ ਮੂੰਹ ਜ਼ਬਾਨੀ ਪਾਠ ਕਰ ਰਹੇ ਸੀ। ਉਹਨਾਂ ਉੱਪਰ ਛਵੀਆਂ ਟਕੂਆਂ ਦੇ ਨਾਲ ਜਿੱਦਾਂ ਵੀ ਜਿੰਨਾ ਕੋਈ ਵੱਢ ਕੱਟ ਕਰ ਹੋਈ ਪੂਰੇ ਜ਼ਾਲਮਾਨਾ ਤਰੀਕੇ ਦੇ ਨਾਲ ਉਹ ਕੀਤੀ ਗਈ। ਉਸ ਵੇਲੇ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਜਿਹੜੇ ਭਾਈ ਦਲੀਪ ਸਿੰਘ ਸੀਗੇ, ਜਿਹੜੇ ਕਿ ਸੌਂ ਰਹੇ ਸੀਗੇ ਨੇੜੇ ਉੱਤਮ ਸਿੰਘ ਦੇ ਕਾਰਖਾਨੇ ਦੇ ਵਿੱਚ, ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਤੇ ਜਥੇਦਾਰ ਬੂਟਾ ਸਿੰਘ। ਇਹ ਜਥੇਦਾਰ ਬੂਟਾ ਸਿੰਘ ਕੌਣ ਨੇ? ਚੱਕ ਨੰਬਰ 204 ਵਾਲੇ। ਮੈਂ ਜ਼ਰੂਰ ਬੈਨੀਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਦੁਬਾਰਾ ਮੈਨੂੰ ਕਦੀ ਮੌਕਾ ਦਿਓ ਤੇ ਮੈਂ ਉਹਨਾਂ ਦਾ ਗੁਰਦੁਆਰਾ ਜ਼ਰੂਰ ਦਿਖਾਊਂਗਾ। ਚੱਕ 204 ਦੇ ਗੁਰਦੁਆਰੇ ਦੀ ਇਸ ਵੇਲੇ ਕਿੰਨੀ ਬੁਰੀ ਹਾਲਤ ਹੈ। ਜਿੱਥੋਂ ਦੇ ਸਰਦਾਰ ਬੂਟਾ ਸਿੰਘ ਸਨ ਉੱਥੇ ਇਸ ਵੇਲੇ ਕੂੜਾ ਸੁੱਟਿਆ ਜਾਂਦਾ। ਮਤਲਬ ਮੇਰਾ ਕੰਮ ਉਹਨਾਂ ਚੀਜ਼ਾਂ ਦੀ ਅਵੇਅਰਨੈਸ ਕਰਨਾ ਹੈ। ਖੈਰ ਐਨੀਵੇਜ਼, ਉਹ 3 ਜਾਣੇ ਜਿਹੜੇ ਸਨ, ਉਹਨਾਂ ਨੇ ਜਦੋਂ ਆਵਾਜ਼ਾਂ ਸੁਣੀਆਂ ਤੇ ਫਟਾਫਟ ਉਹਨਾਂ ਦੇ ਵਿੱਚੋਂ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਕਾਰਖਾਨਾ ਛੱਡ ਕੇ ਫਟਾਫਟ ਗੁਰਦੁਆਰਾ ਸਾਹਿਬ ਵੱਲ ਭੱਜ ਉੱਠੇ। ਉਹਨਾਂ ਨੂੰ ਸਰਦਾਰ ਉੱਤਮ ਸਿੰਘ ਨੇ ਬਥੇਰਾ ਕਿ ਹੁਣ ਨਾ ਜਾਓ, ਉੱਥੇ ਗੋਲੀ ਵੱਧ ਰਹੀ ਹੈ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਪਿੱਛੇ ਆਪਣੇ ਕਰਤਾਰ ਸਿੰਘ ਝੱਬਰ ਜੀ ਨੂੰ ਵਚਨ ਦੇ ਕੇ ਆਏ ਸੀ ਕਿ ਅਸੀਂ ਭਾਈ ਲਛਮਣ ਸਿੰਘ ਨੂੰ ਅੱਗੇ ਜਾ ਕੇ ਰੋਕਣਾ ਹੈ ਤੇ ਹੁਣ ਸਾਡਾ ਇਹ ਜਾਣ ਦਾ ਫਰਜ਼ ਹੈ ਕਿ ਅਸੀਂ ਉਹਨੂੰ ਜਾ ਕੇ ਰੋਕੀਏ। ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਜਿਹੜਾ ਕਤਲੇਆਮ ਪੂਰਾ ਸ਼ੁਰੂ ਹੋ ਚੁੱਕਾ ਹੈ, ਜਾਂ ਉਹਨਾਂ ਨੇ ਸੋਚਿਆ ਕਿ ਹੁਣ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ, ਸਾਡੀ ਡਿਊਟੀ ਇਹ ਲਾਈ ਗਈ ਸੀ ਰੋਕਣ ਦੀ, ਅਸੀਂ ਨਹੀਂ ਰੋਕ ਸਕੇ ਹਾਂ। ਉਹ ਅੱਗੇ ਪਹੁੰਚੇ, ਉਹ ਹਾਲੇ ਬਾਹਰ ਹੀ ਪਹੁੰਚੇ ਸੀ ਤੇ ਉਸ ਵੇਲੇ ਜਿਹੜੇ ਮਹੰਤ ਦੇ ਗੁੰਡੇ ਸੀ ਉਹ ਬਾਹਰ ਵੀ, ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਆ ਚੁੱਕੇ ਸੀ। ਬਾਹਰ ਉਸ ਵੇਲੇ ਘੁਮਾਰਾਂ ਦੀ ਇੱਕ ਆਵੀ ਚੱਲ ਰਹੀ ਸੀ। ਇਹਨਾਂ ਦੋਹਾਂ ਨੂੰ ਬਿਲਕੁਲ ਉੱਥੇ ਬਾਹਰ ਹੀ ਮਾਰਿਆ ਗਿਆ। ਪਹਿਲਾਂ ਗੋਲੀ ਮਾਰੀ ਗਈ, ਫਿਰ ਟਕੂਏ ਨਾਲ ਹਮਲਾ ਕੀਤਾ ਗਿਆ, ਮੁੜ ਕੇ ਆਵੀ ਦੇ ਵਿੱਚ ਹੀ ਸੁੱਟ ਦਿੱਤਾ ਤਾਂ ਕਿ ਉਹ ਵੀ ਪੱਕ ਜਾਣ। ਪੱਕੇ ਭਾਟਿਆਂ ਵਾਂਗ ਹੀ ਗੁਰੂ ਨਾਨਕ ਦੀ ਦਰਗਾਹ ਦੇ ਅੰਦਰ, ਜਿੱਥੇ ਕੱਚਿਆਂ ਦੀ ਥਾਂ ਨਹੀਂ, ਜਿੱਥੇ ਕੇਵਲ ਉਹੀ ਵਸਦੇ ਨੇ ਜਿਹੜੇ ਸਿੱਖ ਦੇ ਪੱਕੇ ਹਨ, ਉਹਦੇ ਵਿੱਚ ਹੀ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਜੀ ਨੂੰ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਭੱਠੀ ਦੇ ਵਿੱਚ ਸੁੱਟ ਕੇ ਉਸੇ ਵੇਲੇ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਦੀ ਕਿ ਰਾਤ ਜਿਹੜੀ ਸੀ ਪਹਿਲਾਂ ਭਾਈ ਉੱਤਮ ਸਿੰਘ ਦੇ ਕਾਰਖਾਨੇ 'ਚ ਸੀ। ਤੁਸੀਂ ਹੁਣ ਵੀ ਜਦੋਂ ਕਦੀ ਵੀ ਗੁਰਦੁਆਰਾ ਨਨਕਾਣਾ ਸਾਹਿਬ ਦੀ ਤਸਵੀਰ ਦੇਖੋ ਬਾਹਰਲੇ ਪਾਸੇ ਟੈਂਕੀ ਦੇ ਕੋਲ ਛੋਟਾ ਜਿਹਾ ਗੁਰਦੁਆਰਾ ਸਾਹਿਬ, ਗੁਰਦੁਆਰਾ ਭਾਈ ਦਲੀਪ ਸਿੰਘ ਤੇ ਵਰਿਆਮ ਸਿੰਘ ਹੈ। ਉਹਦੀ ਹਿਸਟਰੀ ਇਹ ਹੈ ਕਿ ਉੱਥੇ ਘੁਮਿਆਰਾਂ ਦੀ ਆਵੀ ਸੀ ਜਿਹੜੀ ਉਸ ਵੇਲੇ ਚੱਲ ਰਹੀ ਸੀ, ਜਿਹਦੇ ਵਿੱਚ ਇਹਨਾਂ ਨੂੰ ਅਧਮੋਇਆਂ ਨੂੰ ਜਾਂ ਅੱਧੇ ਜਿੰਦਿਆਂ ਨੂੰ ਜਿਹੜਾ ਸੀ ਦੋਨਾਂ ਸਿੰਘਾਂ ਨੂੰ ਵਿੱਚ ਸਿੱਟਿਆ ਗਿਆ। ਉਸ ਵੇਲੇ ਜਿਹੜੇ ਅੰਦਰ ਦੇ ਸਾਰੇ ਸਿੰਘ ਸਨ, ਜ਼ਿਆਦਾਤਰ ਸ਼ਹੀਦ ਹੋ ਚੁੱਕੇ ਸਨ ਜਾਂ ਘਾਇਲ ਹੋ ਚੁੱਕੇ ਸਨ। ਉਹਨਾਂ ਦਾ ਖੁਰਾ ਖੋਜ ਮਟਾਉਣ ਦੇ ਲਈ ਉਹਨੇ ਹੁਕਮ ਦਿੱਤਾ ਵੀ ਜਿਹੜੇ ਅੱਧੇ ਕੁ ਰਹਿੰਦੇ ਹਨ ਉਹਨਾਂ ਨੂੰ ਜੰਡ ਦੇ ਨਾਲ ਪੁੱਠੇ ਟੰਗ ਕੇ ਸਾੜ ਕੇ ਮਾਰ ਦਿੱਤਾ ਜਾਵੇ। ਮਤਲਬ ਪੂਰਾ ਇਦਾਂ ਦਾ ਜ਼ੁਲਮ ਕੀਤਾ ਜਾਵੇ ਕਿ ਕਿਤੇ ਵੀ ਹੋਰ ਜਿਹੜੇ ਉਦਾਸੀ ਮਹੰਤਾਂ ਦੇ ਕੋਲ ਕੰਟਰੋਲ 'ਚ ਸਥਾਨ ਹਨ, ਉਹਨਾਂ ਤੇ ਕੋਈ ਹਿੰਮਤ ਨਾ ਕਰ ਸਕੇ ਦੁਬਾਰਾ ਜਿਹੜਾ ਹੈਗਾ ਉਹ ਹਮਲਾ ਕਰਨ ਦੀ। ਉਹਦੀ ਇਹੋ ਜਿਹੀ ਸੀ ਕਿ ਲੋਕ ਪੁਰਾਣੇ ਜ਼ਾਲਮਾਨਾ ਜਿਹੜੇ ਲੋਕਾਂ ਦੇ ਐਗਜ਼ਾਮਪਲਸ ਨੇ ਉਹਨਾਂ ਨੂੰ ਭੁੱਲ ਜਾਣ। ਉਹਨੇ ਇਸ ਹਿਸਾਬ ਨਾਲ ਜਿਹੜਾ ਸੀ ਉਹ ਹਮਲਾ ਕੀਤਾ। ਉਸ ਗੱਲ ਦੀ ਖਬਰ ਸ਼ਾਮ ਤੱਕ ਸਾਰੇ ਇਲਾਕੇ ਦੇ ਵਿੱਚ ਫੈਲ ਗਈ। ਦੁਪਹਿਰ ਤੱਕ ਜਿਹੜੀਆਂ ਸੀ ਉਹ ਤਾਰਾਂ ਖੜਕਣੀਆਂ ਸ਼ੁਰੂ ਹੋ ਗਈਆਂ। ਤਾਰਾਂ ਖੜਕਾਉਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਮਾਸਟਰ ਕਰਮ ਸਿੰਘ ਜੀ ਦਾ ਨਾਮ ਆਉਂਦਾ, ਸਟੇਸ਼ਨ ਮਾਸਟਰ। ਉਹਨਾਂ ਦੇ ਬਾਰੇ ਮੈਂ ਕਾਫੀ ਖੋਜ ਕੀਤੀ ਹੋਈ ਹੈ। ਜਿਹੜੇ ਨਨਕਾਣਾ ਸਾਹਿਬ ਜਗ੍ਹਾ ਦੇ ਸਟੇਸ਼ਨ ਮਾਸਟਰ ਨੇ, ਉਹਨਾਂ ਨੇ ਜਿਹੜੀ ਸੀ ਟੈਲੀਗ੍ਰਾਮ ਭੇਜਣੀ ਸ਼ੁਰੂ ਕੀਤੀ। ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗਾ ਤੇ ਸਾਰਿਆਂ ਨੇ ਆ ਕੇ ਅਗਲੇ ਦਿਨ ਆ ਕੇ ਜਿਹੜਾ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਸੀਗੀਆਂ, ਉਹਨਾਂ ਦਾ ਜਿਹੜਾ ਕੰਟਰੋਲ ਸੀ ਸਿੱਖ ਪੰਥ ਨੂੰ ਮਿਲਿਆ। ਉਹ ਉਸ ਤੋਂ ਬਾਅਦ ਉਸਦੀ ਮੈਂ ਜ਼ਿਆਦਾ ਡਿਟੇਲ ਨਹੀਂ ਜਾਵਾਂਗਾ। ਉਸ ਵੇਲੇ ਲਾਹੌਰ ਦੇ DC ਸਾਹਿਬ ਨੇ, ਕਿੰਗ ਸਾਹਿਬ ਤੇ ਸ਼ੇਖੂਪੁਰਾ ਦੇ ਸੀਗੇ ਮਿਸਟਰ ਕੜੀ, ਉਹਨਾਂ ਦੀ ਡਿਟੇਲ ਕਾਫੀ ਮਿਲ ਜਾਂਦੀ ਹੈ ਕਿ ਉੱਥੇ ਕਿਵੇਂ ਕਿਵੇਂ ਉਹ ਪਹੁੰਚੇ ਤੇ ਉਹਨਾਂ ਨੇ ਕੀ ਜਿਹੜਾ ਸੀ ਉਹ ਡਿਟੇਲ ਉੱਥੇ ਦੇਖੀ। ਪਰ ਉਸ ਵੇਲੇ ਜਿਹੜੀ ਮੈਂ ਚੀਜ਼ ਜ਼ਰੂਰੀ ਦੱਸਣੀ ਚਾਹਾਂਗਾ ਥੋੜ੍ਹੀ ਜਿਹੀ, ਉਸ ਸੰਸਕਾਰ ਦਾ ਸਮਾਂ ਜ਼ਰੂਰ ਮੈਂ ਐਕਸਪਲੇਨ ਕਰਨਾ ਚਾਹਾਂਗਾ। ਉੱਥੇ ਉਹਨਾਂ ਨੇ ਫਿਰ ਡਿਸਾਈਡ ਕੀਤਾ ਕਿ ਜਿਹੜਾ 23 ਫਰਵਰੀ ਦਾ ਦਿਨ ਹੈ, ਹੁਣ ਅੱਜ ਆਪਾਂ 21 ਫਰਵਰੀ ਦੀ ਗੱਲ ਕਰ ਰਹੇ ਹਾਂ, 21 ਫਰਵਰੀ ਨੂੰ ਜਿਹੜਾ ਸੀ ਉਹ ਚਾਬੀਆਂ ਮਿਲੀਆਂ ਨੇ, 20 ਫਰਵਰੀ ਨੂੰ ਇਹ ਜਿਹੜਾ ਸਾਕਾ ਹੋਇਆ ਹੈ ਤੇ 23 ਫਰਵਰੀ ਦਾ ਜਿਹੜਾ ਦਿਨ ਸੀ ਉਹ ਸ਼ਹੀਦਾਂ ਦੇ ਸੰਸਕਾਰ ਦੇ ਲਈ ਮੁਕਰਰ ਕੀਤਾ ਗਿਆ। ਉਹ ਜਗ੍ਹਾ ਹੈ ਜਿਹੜੀ ਇਸ ਵੇਲੇ ਕੈਂਪਸ ਦੇ ਵਿੱਚ ਬਿਲਕੁਲ ਨਾਲ ਹੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਤੁਹਾਨੂੰ ਯਾਦ ਹੋਵੇਗਾ 10 ਕੁ ਸਾਲ ਪਹਿਲਾਂ ਸਿੱਖ ਸੰਗਤ ਜਿਹੜੀ ਦਿੱਲੀ ਵਾਲੀ ਹੈਗੀ ਉਹਨਾਂ ਨੇ ਇੱਕ ਸੋਨੇ ਦੀ ਪਾਲਕੀ ਭੇਜੀ ਸੀ। ਉਹ ਪਾਲਕੀ ਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਹੈ। ਉਹ ਜਿਹੜਾ ਮੇਨ ਪ੍ਰਕਾਸ਼ ਸਥਾਨ ਹੈ ਨਨਕਾਣਾ ਸਾਹਿਬ, ਉਹਦੇ ਅੰਦਰ ਨਹੀਂ ਰੱਖੀ ਜਾ ਸਕੀ ਤੇ ਹੁਣ ਉਹ ਉਸ ਜਗ੍ਹਾ 'ਤੇ ਰੱਖੀ ਹੋਈ ਹੈ ਜਿੱਥੇ ਕਿ ਇਹ ਸ਼ਹੀਦਗੰਜ ਸਥਾਨ ਹੈ, ਜਿੱਥੇ ਕਿ ਸ਼ਹੀਦਾਂ ਦੀਆਂ ਜਿਹੜੀ ਲਾਸਟ ਜਿਹੜੀ ਆਪਣੀ ਪਰੰਪਰਾ ਹੈਗੀ ਸੰਸਕਾਰ ਜਿਹੜਾ ਹੈਗਾ ਉਹ ਕਰਨ ਦਾ ਜਿਹੜਾ ਸੀ ਉਹ ਫੈਸਲਾ ਕੀਤਾ ਗਿਆ। ਉਸ ਵੇਲੇ ਜਿਹੜੀ ਡਿਟੇਲ ਹੈਗੀ ਹੈ ਮੈਂ ਕੁਝ ਜਿਹੜੀ ਲੱਭੀ ਹੈ ਕਿ ਉਸ ਵੇਲੇ ਦਾ ਕੀ ਸੀ ਸੀਗਾ, ਮੈਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦਾ।
ਉਸ ਵੇਲੇ ਸ਼ਾਮ ਨੂੰ ਅੰਗੀਠਾ ਤਿਆਰ ਹੋਇਆ। ਸਭ ਤੋਂ ਪਹਿਲਾਂ ਮੁਕੰਮਲ ਲੋਥਾਂ ਦੀ ਭਾਲ ਸ਼ੁਰੂ ਹੋਈ। ਸਿਰਫ 4 ਸਾਬਤ ਲੋਥਾਂ ਮਿਲੀਆਂ, ਪਰ ਇਹਨਾਂ ਤੇ ਵੀ ਗੋਲੀਆਂ ਛਵੀਆਂ ਦੇ ਨਿਸ਼ਾਨ ਇੰਨੇ ਪਏ ਹੋਏ ਸਨ ਕਿ ਇਹਨਾਂ ਦੀ ਪਛਾਣ ਜਿਹੜੀ ਸੀ ਉਹ ਕਰਨੀ ਬਹੁਤ ਮੁਸ਼ਕਲ ਸੀ। ਸਭ ਤੋਂ ਪਹਿਲਾਂ ਇਹ 4 ਜਿਹੜੀਆਂ ਸਾਬਤ ਲੋਥਾਂ ਸਨ ਇਹਨਾਂ ਨੂੰ ਅੰਗੀਠੇ ਤੇ ਰੱਖਿਆ ਗਿਆ। ਇਸ ਤੋਂ ਪਿੱਛੋਂ ਜਿਹੜੀ ਅੰਦਰ ਪੱਠੀਆਂ ਸੀਗੀਆਂ ਲੰਗਰ ਵਾਲੀਆਂ ਜਾਂ ਜਿੱਥੇ ਵੀ ਹੋਰ ਫਰਨੇਸ ਸੀਗੀਆਂ, ਉਹਨਾਂ ਵਿੱਚੋਂ 119 ਸਾਬਤ ਖੋਪੜੀਆਂ ਤੇ ਬਾਹਰਲੀ ਜਿਹੜੀ ਆਵੀ ਸੀਗੀ ਕੁਮਾਰਾਂ ਵਾਲੀ ਆਵੀ, ਉਹਦੇ ਵਿੱਚੋਂ 7 ਖੋਪੜੀਆਂ, ਅੰਦਰੋਂ 119 ਖੋਪੜੀਆਂ, ਬਾਹਰੋਂ 7 ਖੋਪੜੀਆਂ ਨੂੰ ਤੇ ਸਨਮਾਨ ਤੇ ਆਦਰ ਸਹਿਤ ਲਿਆ ਕੇ ਸੰਗਤਾਂ ਨੇ ਚੁੱਕ ਕੇ ਲਿਆਂਦਾ ਤੇ ਇਸ ਅੰਗੀਠੇ ਤੇ ਟਿਕਾ ਦਿੱਤਾ। ਕਟੇ ਫਟੇ ਮਾਸ ਦੇ 3 ਟੋਕਰੇ ਸੀ, ਉਹ ਲਿਆਂਦੇ ਗਏ, ਉੱਥੇ ਟਿਕਾਏ ਗਏ ਤੇ ਲਗਭਗ 10 ਕੁ ਟੋਕਰੇ ਜਿਹੜੇ ਸੀ ਸਿੱਖ ਸੰਗਤਾਂ ਨੇ ਛੋਟੀਆਂ-ਮੋਟੀਆਂ ਹੱਡੀਆਂ ਦੇ ਲਿਆ ਕੇ ਜਿਹੜੇ ਉੱਥੇ ਰੱਖੇ। ਸੰਗਤ ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਸੀ ਉਹ ਪਾਠ ਕਰਨ ਲੱਗ ਪਏ, ਜਿਨ੍ਹਾਂ ਨੂੰ ਪਾਠ ਪੂਰਾ ਕੰਠ ਨਹੀਂ ਸੀ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਜਿਵੇਂ ਆਪਾਂ ਜਾਪ ਕਰਦੇ ਹਾਂ ਉਹ ਜਾਪ ਸ਼ੁਰੂ ਕੀਤਾ। ਸੋ ਇਹ ਸੀ ਸਾਕਾ ਨਨਕਾਣਾ ਸਾਹਿਬ ਦੀ ਇੱਕ ਬਰੀਫ ਜਿਹੀ ਗੱਲਬਾਤ, ਜਿਹਨੂੰ ਮੈਂ ਥੋੜ੍ਹਾ ਜਿਹਾ ਐਕਸਪੈਂਡ ਕਰਕੇ ਇੱਦਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਸਿਰਫ ਉਸ ਇੱਕ ਇਕੱਲਾ ਪੁਆਇੰਟ ਨਹੀਂ ਹੈਗਾ, ਇਹਦੇ ਵਿੱਚ ਹੋਰ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਔਰ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਜਿਹੜੇ ਹੋਰ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਇਕੱਲੇ ਨਨਕਾਣਾ ਸਾਹਿਬ ਦੇ ਨਾਲ ਜਿੱਥੋਂ ਵੀ ਇਹ ਜਥੇ ਜਿਹਨਾਂ ਪਿੰਡਾਂ ਤੋਂ ਜਥੇ ਸ਼ੁਰੂ ਹੋਏ ਨੇ ਉਹਨਾਂ ਦੀ ਅਵੇਅਰਨੈਸ ਜਿਹੜੀ ਹੈ ਕਰੀਏ, ਉਹਨਾਂ ਦੇ ਬਾਰੇ ਫਰਦਰ ਇਹ ਜਾਣਕਾਰੀ ਲਈਏ ਕਿ ਕਿੰਨੀ ਘਾਲਣਾ ਸਿਰਫ ਉਸ ਮੌਕੇ ਤੇ ਨਹੀਂ ਸੀ। ਜਿਹੜੇ ਲੋਕੀ ਆਏ ਸੀ ਉਹਨਾਂ ਨੂੰ ਆਲਮੋਸਟ ਸਵੇਰ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਹੁਣ ਅੱਜ ਸਾਡਾ ਆਖਰੀ ਦਿਨ ਹੈ। ਉਹ ਜਜ਼ਬਾ ਜਿਹੜਾ ਹੈਗਾ ਉਹ ਬਹੁਤ ਪੁਆਇੰਟ ਕਰਨ ਵਾਲੀ ਗੱਲ ਨੋਟ ਕਰਨ ਵਾਲੀ ਹੈ ਕਿ ਉਹਨਾਂ ਨੂੰ ਆਲਮੋਸਟ ਰਿਟਨ ਇਹ ਚਿੱਠੀ ਲਿਖ ਕੇ ਸਿੰਘ ਸਾਹਿਬਾਨ ਦੀ ਪਹੁੰਚ ਰਹੀ ਹੈ ਕਿ ਹੁਣ ਅੰਦਰ ਜਾਣਾ ਤੁਹਾਡੇ ਲਈ ਬਹੁਤ ਹਾਨੀਕਾਰਕ ਹੈ, ਉਹ ਕੋਈ ਬਚਾਅ ਨਹੀਂ ਹੈਗਾ। ਪੂਰੀ ਰਿਪੋਰਟ ਜਿਹੜੀ CID ਪਹੁੰਚ ਚੁੱਕੀ ਸੀ, ਉਹਦੇ ਬਾਵਜੂਦ ਵੀ ਉਹਨਾਂ ਨੇ ਅੰਦਰ ਜਾਣਾ, ਆਪਣੇ ਖੂਨ ਦੇ ਨਾਲ ਸਿੰਜਣਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਨੂੰ ਮੁਨਾਸਬ ਸਮਝਿਆ। ਉਸ ਤੋਂ ਬਾਅਦ ਮੈਂ ਥੋੜ੍ਹੇ ਜਿਹੇ ਨਾਮ ਦੱਸਣਾ ਚਾਹੂੰਗਾ। ਕਈ ਵਾਰੀ ਇਹ ਗੱਲ ਜਿਹੜੀ ਹੈ ਹਿੰਦੂ ਸਿੱਖ ਮੁਸਲਮਾਨ ਇੱਦਾਂ ਬਣਾ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਨਹੀਂ ਹੈਗਾ। ਹੁਣ ਤੁਸੀਂ ਨਾਮ ਦੇਖੋ, ਜਦੋਂ ਇਹ ਕੇਸ ਦੀ ਸਾਰੀ ਰਿਪੋਰਟ ਆਪਾਂ ਅੰਗਰੇਜ਼ਾਂ ਦੀ ਸਟੱਡੀ 'ਚੋਂ ਕਰਦੇ ਹਾਂ, ਇਹ ਕੋਈ ਹਿੰਦੂ ਮੁਸਲਮਾਨ ਸਿੱਖ ਦਾ ਮਸਲਾ ਨਹੀਂ ਸੀ, ਇਹ ਕਰਪਸ਼ਨ ਵਰਸਸ ਨਾਨ ਕਰਪਸ਼ਨ ਦਾ ਮਸਲਾ ਸੀ। ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਉਹਨਾਂ ਦੇ ਨਾਮ ਸੁਣੋ ਧਿਆਨ ਦੇ ਨਾਲ। ਮਹੰਤ ਨਰਾਇਣ ਦਾਸ, ਕਾਦਰ ਜਲਾਲਾਬਾਦ, ਆਤਮਾਰਾਮ ਖਾਨਕੀ, ਰਾਂਝਾ ਜਿਹੜਾ ਕਿ ਝੰਗ ਦਾ ਰਹਿਣ ਵਾਲਾ ਸੀ, ਹਰੀਨਾਥ ਕਨਫਟਾ ਜੋਗੀ ਦਾ ਰਹਿਣ ਵਾਲਾ ਸੀ, ਨੂਰ ਸ਼ਾਹਦੀਨ ਇਹ ਪਠਾਨ ਸੀ ਜਲਾਲਾਬਾਦ ਦਾ, ਸਰੈਣ ਸਿੰਘ ਇਹ ਲਲਿਆਣੀ ਪਿੰਡ ਹੈਗਾ ਕਸੂਰ ਦੇ ਕੋਲ ਲਾਹੌਰ ਦਾ, ਤੇ ਰਿਹਾਣਾ ਇਹ ਵੀ ਲਲਿਆਣੀ ਦਾ ਹੈਗਾ। ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਜਿਨ੍ਹਾਂ ਨੂੰ ਪਾਣੀ ਦੀ ਉਮਰ ਕੈਦ ਹੋਈ ਕਾਲੇ ਪਾਣੀ ਦੀ, ਅੰਡੇਮਾਨ ਨਿਕੋਬਾਰ, ਉਹਨਾਂ ਦੇ ਨਾਮ ਦੇਖੋ ਧਿਆਨ ਨਾਲ। ਪਿਆਰਾ ਸਿੰਘ ਨਨਕਾਣਾ ਸਾਹਿਬ ਦੇ ਸੀ ਇਹ, ਅਰਜਨ ਦਾਸ ਭਾਈ ਫੇਰੂ ਦਾ ਮਹੰਤ, ਪਿਆਰਾ ਸਿੰਘ ਕਸੂਰ ਦਾ, ਜੇਠਾ ਸਿੰਘ ਬਰਕੀ ਦਾ, ਜੀਵਨ ਦਾਸ ਨਨਕਾਣਾ ਸਾਹਿਬ, ਕਾਮਲ ਦਾਸ ਮਾਂਗਟਾਂ ਵਾਲਾ ਦਾ, ਬਾਲਕ ਦਾਸ ਭਾਈ ਫੇਰੂ ਦਾ ਤੇ ਜਗਤ ਸਿੰਘ ਪਿੰਡ ਹਠਾਰ ਦਾ। ਇਹ ਸੀਗੇ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ਮਤਲਬ ਇਹ ਸਾਰੇ ਮਹੰਤ ਦੇ ਸਾਥੀ ਸੀਗੇ। ਹੁਣ ਜਿਹੜਾ ਨੂੰ 7 ਸਾਲ ਦੀ ਸਜ਼ਾ ਹੋਈ ਉਹਨਾਂ 'ਚ ਨਾਮ ਦੇਖੋ। ਗੁਲ ਅਕਬਰ ਖਾਂ ਇਹ ਪਿਸ਼ਾਵਰ ਦਾ ਰਹਿਣ ਵਾਲਾ ਸੀ, ਨੂਰ ਮੁਹੰਮਦ ਹੋਟੀ ਦਾ, ਆਸ਼ਕ ਹਮਜ਼ਾਪੁਰ ਦਾ, ਹੋਟੀ ਮਰਦਾਨ ਦੇ ਕੋਲ ਸ਼ਹਿਰ ਹੈ। ਇਹ ਸਾਰੇ ਜਿੱਥੇ ਸ਼ਹਿਰ ਨੇ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਰਿਸਰਚ ਕੀਤੀ ਹੋਈ ਹੈ ਉਹਨਾਂ ਦੇ ਘਰ ਲੱਭਣ ਦੀ, ਤਾਂ ਕਿ ਪਾਕਿਸਤਾਨ ਦੇ ਲੋਕਾਂ 'ਚ ਵੀ ਇਸ ਹਿਸਟਰੀ ਦੇ ਬਾਰੇ ਥੋੜ੍ਹਾ ਜਿਹਾ ਇੰਟਰਸਟ ਕੀਤਾ ਜਾਵੇ। ਉਹ ਤਦ ਹੀ ਆਉਂਦਾ ਜਦੋਂ ਆਪਾਂ ਉਹਨਾਂ ਦੇ ਕਰੈਕਟਰ ਜਿਹੜੇ ਹੈਗੇ ਆ ਵਿੱਚ ਇਨਕਲੂਡ ਕਰਦੇ ਹਾਂ, ਬਜਾਏ ਕਿ ਆਪਾਂ ਇਕੱਲੀ ਆਪਣੀ ਹਿਸਟਰੀ ਸੁਣਾਈ ਜਾਈਏ। ਉਹਨਾਂ ਦੇ ਕਰੈਕਟਰ ਵਿੱਚ ਬੁਣਨਾ ਹੀ ਮੇਰਾ ਇੱਕ ਕੰਮ ਹੈਗਾ, ਤਾਂ ਕਿ ਆਪਾਂ ਉਹਨਾਂ ਲੋਕਾਂ ਨੂੰ ਇਸ ਹਿਸਟਰੀ ਦੇ ਨਾਲ ਜਿਹੜਾ ਹੈਗਾ ਜੋੜ ਸਕੀਏ। ਕਿਉਂਕਿ ਉਹਨਾਂ ਨੂੰ ਜਦੋਂ ਆਪਾਂ ਦੱਸਾਂਗੇ ਕਿ ਆਹ ਕਰੈਕਟਰ ਤੁਹਾਡੇ ਆਪਣੇ ਇਸ ਇਲਾਕੇ ਦੇ ਹੈਗੇ ਨੇ, ਇਹਨੇ ਤੁਹਾਡੇ ਪਿੰਡਾਂ 'ਚੋਂ ਗਏ ਹੋਏ ਨੇ, ਉਹਨਾਂ ਦੇ ਨਾਮ ਮੈਂ ਦੁਬਾਰਾ ਬੋਲ ਰਿਹਾ। ਗੁਲ ਅਕਬਰ ਖਾਨ ਪੰਗੀ ਪਿਸ਼ਾਵਰ ਦਾ, ਨੂਰ ਮੁਹੰਮਦ ਹੋਟੀ ਦਾ, ਆਸ਼ਕ ਹਮਜ਼ਾਪੁਰ ਦਾ, ਰਹਿਮਾਨ ਜਲਾਲਾਬਾਦ ਦਾ, ਨਾਇਕ ਮੁਹੰਮਦ ਕੋਟਾ ਇਹਨਾਂ ਨੂੰ 7-7 ਸਾਲ ਦੀ ਸਜ਼ਾ ਹੋਈ। ਅਬਦੁੱਲਾ ਸੁਲੇਮਾਨ ਖੇਲ ਪਿਸ਼ਾਵਰ ਦਾ, ਮੁਹੰਮਦ ਆਜ਼ਮ ਕਾਬਲ ਦਾ, ਅਬਦੁਲ ਵਲੀ ਸਰਖੈਲ ਸਰਹੱਦ ਦਾ, ਅਮਾਮ ਗੁਲ ਮੁਰਾਜਬਾ ਪਿਸ਼ਾਵਰ ਦਾ, ਮੇਰ ਅਲੀ ਜਲਾਲਾਬਾਦ, ਅਜ਼ੀਜ਼ ਅੱਲਾ ਮੀਜ਼ਾ ਪਿਸ਼ਾਵਰ, ਇਸਮਾਇਲ ਕਾਬਲ, ਅਬਦੁਲ ਕਰੀਮ ਸਮੇਰਵੀ ਪਿਸ਼ਾਵਰ, ਲਾਲ ਮੁਹੰਮਦ ਕੋਟਾ, ਸਿਆਜ਼ਰ ਫਕੀਰ ਜਲਾਲਾਬਾਦ, ਗੁਲ ਅਹਿਮਦ ਜਲਾਲਾਬਾਦ ਤੇ 16 ਮੁਲਜ਼ਮ ਸੀ ਜਿਨ੍ਹਾਂ ਨੂੰ ਜੱਜ ਨੇ ਬਰੀ ਕਰ ਦਿੱਤਾ। ਜਿਹੜਾ ਮਹੰਤ ਸੀਗਾ ਇਹਨੂੰ ਵੀ ਫਾਂਸੀ ਦੀ ਸਜ਼ਾ ਤਾਂ ਹੋਈ ਸੀ, ਪਰ ਇਹਦੇ ਵਿਰੁੱਧ ਉਹਨੇ ਹਾਈ ਕੋਰਟ 'ਚ ਅਪੀਲ ਕੀਤੀ। ਉਹਦਾ ਬਹੁਤ ਫੇਮਸ ਉਸ ਵੇਲੇ ਦਾ ਬਰਿਸਟਰ ਹੋਇਆ ਹਸਨ ਇਮਾਮ, ਇਹ ਪਟਨਾ ਸਾਹਿਬ ਦਾ ਸੀ। ਹਸਨ ਇਮਾਮ ਨੇ ਜਾ ਕੇ ਪੈਰਵਾਈ ਕੀਤੀ। ਮਹੰਤ ਬਹੁਤ ਰਿਚ ਲੋਕ ਸਨ ਉਸ ਵੇਲੇ ਦਾ, ਜਿਹੜਾ ਟੌਪ ਦਾ ਬਰਿਸਟਰ ਸੀ ਉਹਨੇ ਮਹੰਤ ਦੀ ਜਿਹੜੀ ਸੀ ਉਹ ਪੈਰਵਾਈ ਕੀਤੀ ਤੇ 3 ਮਾਰਚ 1922 ਨੂੰ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ, ਜਿਹਦੇ ਵਿੱਚ ਕਿ ਹਰੀਨਾਥ, ਰਾਂਝਾ, ਰਿਹਾਣਾ ਉਹਨਾਂ ਸਭ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਤੇ 2 ਦੀ ਉਮਰ ਕੈਦ ਦੀ ਬਰਕਰਾਰ ਰੱਖੀ ਗਈ। ਤੇ ਮਹੰਤ ਨੇ ਪਰ 7 ਸਾਲ ਜੇਲ੍ਹ 'ਚ ਕੱਟੇ ਤੇ ਉਹਦੀ ਜੇਲ੍ਹ ਜਿਹੜੀ ਸੀ ਫਾਂਸੀ ਦੀ ਸਜ਼ਾ ਉਹ ਮਾਫ ਕਰ ਦਿੱਤੀ ਗਈ ਸੀ। ਇਸ ਤਰ੍ਹਾਂ ਜਿਹੜੀ ਸੀ ਇਸ ਮੁਕੱਦਮੇ ਦਾ ਅੰਤ ਹੋਇਆ। ਇਸ ਤੋਂ ਬਾਅਦ ਇੱਕ ਬਹੁਤ ਲੰਬੀ ਲੜਾਈ ਫਿਰ ਚੱਲਦੀ ਹੈ, ਕਾਨੂੰਨੀ ਲੜਾਈ, ਕਿਵੇਂ ਜ਼ਮੀਨਾਂ ਲਈਆਂ ਗਈਆਂ, ਕਿਵੇਂ 100,000 ਦੀ ਏਕੜ 'ਚ ਜ਼ਮੀਨਾਂ ਸੀਗੀਆਂ ਮਹੰਤਾਂ ਦੇ ਕੋਲ। ਸੋ ਇਕੱਲਾ ਇੱਥੇ ਹੀ ਚਾਬੀਆਂ ਦਾ ਮਿਲ ਕੇ ਕੰਮ ਨਹੀਂ ਖਤਮ ਹੁੰਦੀ। ਅਬਾਊਟ 15 ਸਾਲ ਮੁੜ ਕੇ ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਗਈ। ਕਮੇਟੀ ਨੇ ਜੋ ਜ਼ਬਰਦਸਤ ਕੰਮ ਕੀਤਾ ਅੱਜ ਤੱਕ ਮੈਨੂੰ ਉਸ ਦੀ ਐਗਜ਼ਾਮਪਲ ਕਿਸੇ ਵੀ ਹੋਰ ਗੁਰੂ ਘਰ ਦੀ ਕਮੇਟੀ ਵੱਲੋਂ ਨਹੀਂ ਮਿਲਦੀ, ਜਿਹੜੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਕਮੇਟੀ ਨੇ ਕੰਮ ਕੀਤੇ। ਇਕੱਲੇ ਨਨਕਾਣਾ ਸਾਹਿਬ ਵਿੱਚ ਨਹੀਂ,
ਉਹਨਾਂ ਨੇ ਇੰਡੀਆ ਭਰ ਦੇ ਵਿੱਚ ਬੰਬੇ ਤੱਕ ਜਾ ਕੇ ਵੀ ਸਕੂਲ ਕਾਲਜ ਜਿਹੜੇ ਸੀਗੇ ਉਹ ਖੋਲ੍ਹੇ। ਉਹਨਾਂ ਨੇ ਇਕੱਲਾ ਧਾਰਮਿਕ ਬਿਲਡਿੰਗ ਨਹੀਂ ਬਣਾਈ, ਉਹਨਾਂ ਨੇ ਨਾਲ ਨਾਲ ਬਾਗ ਲਗਵਾਏ, ਡਿਵੈਲਪਮੈਂਟ ਸੋਸ਼ਲ ਦੇ ਕੰਮ ਉਹ ਕੀਤੇ ਕਿ ਲੋਕਾਂ ਨੂੰ ਲੱਗਾ ਕਿ ਵਾਕਈ ਮਹੰਤਾਂ ਦਾ ਟਾਈਮ ਬੁਰਾ ਸੀ। ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਇੰਨੀ ਸੇਵਾ, ਇੰਨੀ ਘਾਲਣਾ, ਇੰਨੀਆਂ ਸ਼ਹਾਦਤਾਂ ਦੇ ਬਾਅਦ ਗੁਰਦੁਆਰਾ ਸਾਹਿਬ ਮਹੰਤਾਂ ਤੋਂ ਆਜ਼ਾਦ ਕਰਵਾਏ, ਆਪਾਂ ਪਬਲਿਕ ਨੂੰ ਨਵਾਂ ਕੀ ਕੀਤਾ। ਜੋ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਦੀ ਕਮੇਟੀ ਹੈਗੀ ਆ, ਉਹਨੇ ਆਪਣੇ ਸਮੇਂ ਦੇ ਦੌਰਾਨ, ਉਹਦੇ ਲਈ ਮੈਨੂੰ ਪੂਰਾ ਇੱਕ ਸੈਸ਼ਨ ਹੀ ਚਾਹੀਦਾ ਐਕਸਪਲੇਨ ਕਰਨ ਦੇ ਲਈ ਕਿ ਕਿੰਨਾ ਜ਼ਿਆਦਾ ਉਹਨਾਂ ਨੇ ਜਿਹੜਾ ਸੀਗਾ ਡਿਵੈਲਪਮੈਂਟ ਦੇ ਕੰਮ ਕੀਤਾ ਆਲ ਓਵਰ ਇੰਡੀਆ ਤੱਕ, ਸਿਰਫ ਇਹੀ ਅੱਗੇ ਰੱਖ ਕੇ ਮਨਸ਼ਾ, ਤਾਂ ਕਿ ਇਹ ਪਤਾ ਲੱਗੇ ਕਿ ਸਿੰਘਾਂ ਨੇ ਮਹੰਤਾਂ ਕੋਲੋਂ ਜਿਹੜਾ ਕੰਟਰੋਲ ਲਿਆ ਸੀ ਉਹ ਕਿਸ ਕਾਰਨ ਲਿਆ ਸੀ ਔਰ ਅਸੀਂ ਉਹਨਾਂ ਨਾਲ ਕਿਵੇਂ ਡਿਫਰੈਂਟ ਹੈਗੇ ਆ। ਇਹ ਕਹਿੰਦਾ ਹੋਇਆ ਮੈਂ ਅੱਜ ਦਾ ਆਪਣਾ ਜਿਹੜਾ ਹੈ ਪ੍ਰੋਗਰਾਮ, ਆਪਣਾ ਜਿਹੜਾ ਲੈਕਚਰ ਹੈ ਉਹ ਸਮਾਪਤੀ ਚਾਹੁੰਦਾ। ਤੇ ਮੈਂ ਜਾਣ ਤੋਂ ਪਹਿਲਾਂ ਸਿਰਫ ਇੱਕ ਗੱਲ ਕਹਿਣੀ ਚਾਹਾਂਗਾ ਕਿ ਇਹ 'ਚ ਆਪਾਂ ਬਹੁਤ ਇਤਿਹਾਸਕ ਤੱਥ ਜਿਹੜੇ ਇਨਕਲੂਡ ਕਰਦੇ ਹਾਂ। ਕਈ ਵਾਰੀ ਇਹੋ ਜਿਹੀ ਗੱਲ ਕਰਦੇ ਹਾਂ, ਕੋਈ ਗਲਤੀ ਹੋ ਜਾਂਦੀ ਹੈ, ਜਾਣੇ ਮੈਂ ਭੁੱਲ ਚੁੱਕ ਦੀ ਮਾਫੀ ਚਾਹੁੰਦਾ। ਤੇ ਮੈਂ ਜ਼ਰੂਰ ਚਾਹੂੰਗਾ ਜੀ ਜੇ ਕਿਸੇ ਨੂੰ ਇਹਦੇ ਵਿੱਚ ਕੋਈ ਤਰੁੱਟੀ ਲੱਗੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਆ ਜਾਵੇ, ਕਿਉਂਕਿ ਮੈਂ ਇਹ ਚੀਜ਼ਾਂ ਲਿਖਦਾ ਹਾਂ, ਅੱਗੇ ਮੈਂ ਇਹਨਾਂ ਨੂੰ ਡਾਕੂਮੈਂਟ ਕਰਦਾ ਤਾਂ ਕਿ ਜਿਹੜਾ ਹੈਗਾ ਮੈਂ ਆਪਣਾ ਰਿਸਰਚ ਉਹ ਰੱਖ ਕੇ ਸੁਧਾਰ ਸਕਾਂ। ਇੱਕ ਵਾਰ ਫਿਰ ਗੁਰਦੁਆਰਾ ਸਾਹਿਬ ਕਮੇਟੀ ਸਾਨੂੰ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। बुलाया बोली तेरा तू साहिब गुणी गेरा, जप नानक नाम ससाखी, अपने दास की पैज राखी। धन धन साहिब श्री गुरु ग्रंथ साहिब जी के निੱਘੀ ਗੋਦ ਦਾ ਆਨੰਦ ਮਾਣਦੇ ਹੋਏ ਸਾਰੇ ਹੀ ਸਤਸੰਗੀ ਜਨੋ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਅਤੀ ਸਤਿਕਾਰ ਭਾਈ ਸਾਹਿਬ ਭਾਈ ਡਾਕਟਰ ਦਲਜੀਤ ਸਿੰਘ ਪੰਨੂ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਸਾਕਾ ਨਨਕਾਣਾ ਦੇ ਸ਼ਾਨਮੱਤੇ ਜਿਹੜਾ ਇਤਿਹਾਸ ਹੈ ਉਹ ਤੋਂ ਜਾਣੂ ਕਰਵਾਇਆ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪੰਨੂ ਸਾਹਿਬ ਜਦੋਂ ਵੀ ਇੰਡੀਆ ਜਾਂਦੇ ਆ ਤੇ ਇਹਨਾਂ ਦੀ ਹਰੇਕ ਵੀਡੀਓ ਬੜੀ ਧਿਆਨ ਨਾਲ ਦੇਖੀ ਜਾਂਦੀ ਹੈ, ਕਿਉਂਕਿ ਕਈ ਵਾਰੀ ਅਸੀਂ ਉੱਥੇ ਨਹੀਂ ਪਹੁੰਚੇ ਹੁੰਦੇ ਜਿੱਥੇ ਇਹ ਪਹੁੰਚ ਕੇ ਤੇ ਆਪਣੀ ਡਾਕੂਮੈਂਟਰੀ ਕੰਪਲੀਟ ਕਰਦੇ ਆ। ਇਹਨਾਂ ਦਾ ਇਹ ਸਾਰੇ ਰਿਸਰਚ ਕਰਨ ਵਾਸਤੇ ਅਸੀਂ ਬਹੁਤ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਸਾਰੇ ਜਿਹੜੇ ਕਮੇਟੀ ਮੈਂਬਰ ਆ ਉਹ ਇੱਥੇ ਹੈਗੇ ਆ ਤੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਸਾਹਮਣੇ ਆ ਕੇ ਸਨਮਾਨ ਕਰਨ ਇਹਨਾਂ ਨੂੰ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ।